ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਵੀਕਐਂਡ ਦਾ ਖਾਸ ਪ੍ਰੋਗਰਾਮ ਰਣਜੀਤ ਸਿੰਘ ਕੁੱਕੀ ਗਿੱਲ ਸਰ ਦੇ ਨਾਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ 'ਚ 3 ਮਸਲਿਆਂ ਤੇ ਮੇਨ ਗੱਲ ਕਰਾਂਗੇ। ਸਭ ਤੋਂ ਪਹਿਲਾਂ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਦੇ ਲਈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਅਰੈਸਟ ਵਾਰੰਟ ਜਾਰੀ ਹੋਣਾ, ਔਰ ਦੂਸਰਾ ਹਿਊਮਨ ਰਾਈਟਸ ਦੇ ਉੱਤੇ ਇੱਕ ਰਿਪੋਰਟ ਆਈ ਹੈ, ਉਸ ਰਿਪੋਰਟ ਤੇ ਗੱਲ ਕਰਾਂਗੇ। ਔਰ ਤੀਸਰਾ ਪ੍ਰਮੁੱਖ ਮਸਲਾ ਹੈ ਪੰਜਾਬ ਦੇ ਵਿੱਚ ਜੋ ਅੰਮ੍ਰਿਤਪਾਲ ਵਰਤਾਰੇ ਨੂੰ ਕਰਟੇਲ ਕਰਨ ਦੇ ਲਈ ਇੱਕ ਆਪਰੇਸ਼ਨ ਪੰਜਾਬ ਸਰਕਾਰ ਵੱਲੋਂ ਜੁਆਇੰਟ ਆਪਰੇਸ਼ਨ ਰਾਦਰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਐਂਡ ਉਹ ਆਪਰੇਸ਼ਨ ਕਿਤੇ ਵੀ ਕਨਕਲੂਜਨ ਤੇ ਪਹੁੰਚਦਾ ਹੋਇਆ ਨਜ਼ਰ ਨਹੀਂ ਆ ਰਿਹਾ। ਬਹੁਤ ਪ੍ਰਮੁੱਖ ਸਵਾਲ ਨੇ ਇਹਦੇ ਵਿੱਚ, ਜਿਵੇਂ ਕਿ ਅਗਰ ਅੰਮ੍ਰਿਤਪਾਲ ਅਰੈਸਟ ਨਹੀਂ ਹੁੰਦਾ ਤਾਂ ਅਗਲਾ ਕਦਮ ਕੀ ਹੋਏਗਾ। ਇਹੀ ਗੱਲਬਾਤ ਨੂੰ ਸ਼ੁਰੂ ਕਰਨ ਲੱਗੇ ਹਾਂ। ਮੈਂ ਸਰ ਨੂੰ ਸ਼ਾਮਿਲ ਕਰਦੀ ਹਾਂ। ਸਵਾਗਤ ਕਰਦੀ ਹਾਂ ਕੁਕੀ ਜੀ, ਤੁਹਾਡਾ ਮੋਸਟ ਵੈਲਕਮ। ਥੈਂਕ ਯੂ ਸੋ ਮਚ ਮਨਵੀਰ, ਗੁੱਡ ਟੂ ਬੀ ਵਿਦ ਯੂ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇੰਟਰਨੈਸ਼ਨਲ ਮਸਲੇ ਤੋਂ ਕਰਨਾ ਚਾਹਾਂਗੀ ਸਰ। ਇੱਕ ਇਹ ਵੀ ਬਹੁਤ ਵੱਡੀ ਖਬਰ ਬਣੀ ਕਿ ਵਾਲਦੀਮੀਰ ਪੁਤਿਨ ਰਸ਼ੀਅਨ ਪ੍ਰੈਜ਼ੀਡੈਂਟ ਨੂੰ ਅਰੈਸਟ ਵਾਰੰਟ ਉਹਨਾਂ ਦੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਕੱਢ ਦਿੱਤੇ ਗਏ। ਇਹ ਜਿਹੜਾ ਸ਼ਬਦ ਹੈ, ਪੂਰਾ ਸੈਂਟੈਂਸ ਹੈ, ਬਹੁਤ ਵੱਡਾ ਲੱਗ ਰਿਹਾ, ਪਰ ਇਹਦਾ ਕੋਈ ਫਰਕ ਪੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ। ਪਲੀਜ਼। ਜਿਹੜੀ ਨਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਬੇਸਡ ਇਨ ਜਨੇਵਾ ਜਿਹੜੀ ਹੈਗੀ ਆ, ਉਹਨਾਂ ਨੇ ਆਪਣੇ ਹੁਣ ਪ੍ਰੈਜ਼ੈਂਟ ਜਿਹੜਾ ਕੀਤਾ ਹੈਗਾ, ਉਹਨਾਂ ਨੇ ਕ੍ਰਿਮੀਨਲ ਵਾਰੰਟ ਇਸ਼ੂ ਕੀਤਾ ਹੈਗਾ ਫॉर ਅਬਡਕਸ਼ਨ ਆਫ ਯੂਕਰੇਨੀਅਨ ਚਿਲਡਰਨ ਬਾਈ ਪ੍ਰੈਜ਼ੀਡੈਂਟ ਵਾਲਡੀਮੀਰ ਪੁਤਿਨ, ਜਿਹੜੇ ਕਿ ਰਸ਼ੀਆ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ ਲੰਮੇ ਚਿਰ ਤੋਂ। ਉਹਨਾਂ ਦੇ ਖਿਲਾਫ ਵਾਰੰਟ ਜਾਰੀ ਹੋਇਆ ਹੈਗਾ। ਹੁਣ ਦੇ ਹੀ ਇਜ਼ ਲਾਇਬਲ ਟੂ ਬੀ ਅਰੈਸਟਡ। ਜੇ ਜਿਹੜੀਆਂ ਸਿਗਨੇਟੋਰੀਜ਼ ਹੈਗੀਆਂ ਨੇ ਕੰਟਰੀਜ਼, 123 ਕੰਟਰੀਜ਼ ਨੇ ਜਿਹੜੀਆਂ ਸਿਗਨੇਟੋਰੀਜ਼ ਨੇ ਇਹਦੀਆਂ, ਜਿਹੜੀਆਂ ਪ੍ਰਮੁੱਖ ਸਿਕਿਉਰਿਟੀ ਕੌਂਸਲ ਦੇ 5 ਮੈਂਬਰ ਨੇ ਜਿਨ੍ਹਾਂ ਕੋਲ ਵੀਟੋ ਪਾਵਰ ਆ। ਉਹਦੇ 'ਚ ਅਮਰੀਕਾ ਵੀ ਆ, ਰਸ਼ੀਆ ਵੀ ਆ ਤੇ ਚਾਈਨਾ। ਇਹ ਤਿੰਨੇ ਕੰਟਰੀਜ਼ ਨੇ ਇਹਦੇ ਸਿਗਨੇਟੋਰੀ ਨਹੀਂ ਹੈਗੀਆਂ। ਇਹਦਾ ਇੱਕ ਰੋਮ ਸਟੈਚੂ ਹੈਗਾ ਜਿਹਨੇ ਕਿ ਫਾਊਂਡੇਸ਼ਨ ਕੀਤਾ ਸੀਗਾ, ਜਿਹਨੇ ਫਾਊਂਡੇਸ਼ਨ ਉਹ ਇੱਕ ਬਣਿਆ ਸੀਗਾ ਜਿਹਦੇ ਤੇ ਆਧਾਰ ਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਬਣੀ ਸੀ। 2 ਕੋਰਟਸ ਨੇ ਇੰਟਰਨੈਸ਼ਨਲ ਲੈਵਲ ਤੇ, ਇੱਕ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ, ਉਹਦੀ ਜੁਰਿਸਡਿਕਸ਼ਨਸ ਡਿਫਰੈਂਟ ਨੇ, ਤੇ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਇਹਦੀ ਜੁਰਿਸਡਿਕਸ਼ਨ ਡਿਫਰੈਂਟ ਹੈ। ਇਹ ਸਾਰੀਆਂ UN ਅਫੀਲੀਏਟਡ ਬਾਡੀਜ਼ ਨੇ। ਇੱਥੇ ਦੁਨੀਆ ਭਰ ਦੇ ਜਿਹੜੇ ਨਾਮਵਰ ਜੂਰਿਸਟ ਨੇ ਉਹਨਾਂ ਨੂੰ ਜੱਜਿਸ ਲਾਇਆ ਜਾਂਦਾ ਹੈਗਾ। ਤੇ ਇਸ ਦੇ ਵਿੱਚ ਜਿਹੜਾ ਵਾਰੰਟ, 2 ਵਾਰੰਟ ਇਸ਼ੂ ਹੋਏ ਨੇ, ਇੱਕ ਪ੍ਰੈਜ਼ੀਡੈਂਟ ਪੁਤਿਨ ਦੇ, ਇੱਕ ਜਿਹੜੀ ਰਸ਼ੀਆ ਦੀ ਚਿਲਡਰਨ ਰਾਈਟਸ ਦੀ ਕਮਿਸ਼ਨਰ ਆ ਮਾਰੀਆ ਐਲਕਸੇਏਵਨਾ ਲਵੋਵਾ ਬੈਲੋਵਾ, ਉਹਦੇ ਖਿਲਾਫ ਵੀ ਹੋਇਆ ਹੈਗਾ, ਕਿਉਂਕਿ ਸ਼ੀ ਪਲੇਡ ਏ ਪਾਰਟ ਇਨ ਦੈਟ ਅਬਡਕਸ਼ਨ ਟੂ। ਕਿਉਂਕਿ ਉਹਦੇ ਥੱਲੇ ਸਾਰਾ ਕੰਟਰੋਲ ਆ ਜਿਹੜਾ ਰਸ਼ੀਆ ਦੀ, ਸ਼ੀ ਇਜ਼ ਰਾਈਟਸ ਕਮਿਸ਼ਨਰ ਹੈਗੀ ਰਸ਼ੀਆ ਦੇ ਵਿੱਚ। ਉਹਨਾਂ ਦਾ ਵਾਰੰਟ ਹੋਣ ਨਾਲ ਜਿਹੜਾ ਹੈਗਾ, ਇਹਦੇ ਨਾਲ ਈਵਨ ਇੰਡੀਆ ਦੇ ਵਿੱਚ ਹੁਣ ਪ੍ਰੈਜ਼ੀਡੈਂਟ ਨੇ ਆਉਣਾ ਹੈਗਾ, ਪੁਤਿਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਇੰਡੀਆ ਵੀ ਇਹਦਾ ਸਿਗਨੇਟੋਰੀ ਨਹੀਂ ਹੈਗਾ ਇਸ ਮਤਲਬ ਕਿ ਕ੍ਰਿਮੀਨਲ ਕੋਰਟ ਦਾ ਜਿਹੜਾ ਰੋਮ ਸਟੈਚੂ ਹੈਗਾ। ਸੋ ਇਸ ਕਰਕੇ ਇੱਥੇ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿ ਅਰੈਸਟ ਹੋਊਗੀ, ਪਰ ਬਹੁਤ ਵੱਡਾ ਮਾਰਕਾ ਹੋਊਗਾ ਜੇ ਕਦੀ ਪ੍ਰੈਜ਼ੀਡੈਂਟ ਪੁਤਿਨ ਅਰੈਸਟ ਹੋਊਗਾ ਕਿਸੇ ਵੀ ਕੰਟਰੀ 'ਚ ਜਿਹੜੇ ਕਿ ਉਹਦੀ ਜਿਨ੍ਹਾਂ ਨੇ ਸਾਈਨ ਕੀਤਾ ਹੋਇਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ। ਅਮਰੀਕਾ ਤਾਂ ਨਹੀਂ ਸੀ, ਅਮਰੀਕਾ ਨੇ ਸਾਈਨ ਕੀਤੇ ਜਦੋਂ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਸੀ। ਪਹਿਲੇ ਜਿਹੜਾ ਸੀਗਾ ਅਮਰੀਕਾ ਇਸ ਕੋਰਟ ਦੇ ਵਿੱਚ ਉਹਨੇ ਸਿਗਨੇਟੋਰੀ ਸੀਗਾ, ਪਰ ਬਾਅਦ 'ਚ ਇਹਨਾਂ ਨੇ ਵਿਦਡਰਾ ਕਰ ਲਈ ਸੀ ਜਦੋਂ ਡੋਨਲਡ ਟਰੰਪ ਪ੍ਰੈਜ਼ੀਡੈਂਟ ਸੀਗਾ। ਕਿਉਂਕਿ ਅਮਰੀਕਾ ਨੂੰ ਇਹ ਡਰ ਆ ਕਿ ਇਸ ਦੇ ਰਾਹੀਂ ਅਮਰੀਕਨ ਪ੍ਰੈਜ਼ੀਡੈਂਟ ਦੇ ਖਿਲਾਫ ਵੀ ਵਾਰੰਟ ਜਾਰੀ ਹੋ ਸਕਦੇ ਨੇ। ਇਹ ਬਾਈਂਡਿੰਗ ਵਾਰੰਟ ਹੁੰਦੇ ਨੇ ਕਿਉਂਕਿ ਉਹਨਾਂ ਦੇ ਖਿਲਾਫ ਵਾਰ ਕ੍ਰਾਈਮਸ ਦੇ ਇਸ਼ੂ ਇਰਾਕ ਵਾਰ ਦੇ ਨਾਲ ਜੁੜੇ ਹੋਏ ਨੇ। ਇਸੇ ਤਰ੍ਹਾਂ ਉਹਨਾਂ ਦੇ ਨਾਲ ਵਾਰ ਕ੍ਰਾਈਮਸ ਦੇ ਇਸ਼ੂ ਅਫਗਾਨਿਸਤਾਨ ਵਾਰ ਦੇ ਵਿੱਚ ਜੁੜੇ ਹੋਏ ਨੇ। ਉਸ ਕਰਕੇ ਉਹਨਾਂ ਨੇ ਇਸ ਚੀਜ਼ ਤੋਂ ਆਪਣੇ ਆਪ ਨੂੰ ਵਿਦਡਰਾ ਕਰ ਲਿਆ ਸੀਗਾ ਕਿ ਅਸੀਂ ਇਹਦੀ ਕਿਸੇ ਵੀ ਲਾਇਬਿਲਿਟੀ ਦੇ ਵਿੱਚ ਨਾ ਆਈਏ। ਇਸੇ ਤਰ੍ਹਾਂ ਚਾਈਨਾ ਦੇ ਇਸ਼ੂਸ ਜੁੜੇ ਹੋਏ ਨੇ ਕਿ ਜਿਸ ਤਰ੍ਹਾਂ ਚਾਈਨਾ ਦੇ ਵਿੱਚ ਜਿਹੜੇ ਐਥਨਿਕ ਤੇ ਮਾਈਨੋਰਿਟੀ ਗਰੁੱਪਸ ਨੇ, ਖਾਸ ਕਰਕੇ ਮੁਸਲਿਮ ਜਿਹੜੇ ਨੇ, ਜਿਹੜੇ ਕਿ ਯੂਗਰ ਰੀਜਨ ਦੇ ਵਿੱਚ ਉਹਨਾਂ ਦੀ ਪ੍ਰੈਡੋਮੀਨੈਂਟਲੀ ਪ੍ਰੈਜ਼ੈਂਸ ਹੈਗੀ ਆ, ਉੱਥੇ ਇਹਨਾਂ ਦੇ ਡਿਟੈਂਸ਼ਨ ਤੇ ਐਜੂਕੇਸ਼ਨ ਕੈਂਪਸ ਚਾਈਨਾ ਵੱਲੋਂ ਲਾਏ ਗਏ ਨੇ, ਜਿਹਦੇ ਰਾਹੀਂ ਉਹ ਬਹੁਤ ਵੱਡਾ ਹਿੱਸਾ ਜਿਹੜਾ ਪਾਪੂਲੇਸ਼ਨ ਦਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਉਹਨੂੰ ਸਾਰੇ ਸਮੂਹ ਨੂੰ ਇੱਕ ਕੈਦ ਕੀਤਾ ਹੋਇਆ। ਇਸ ਕਰਕੇ ਚਾਈਨਾ ਵੀ ਇਸ ਸਿਗਨੇਟੋਰੀ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਉਹਨਾਂ ਤੇ ਹਾਂਗਕਾਂਗ ਦੇ ਵਿੱਚ ਵੀ
जिस तरह उत्थे पीसफुल आवाज़ां सीगियां प्रोटेस्ट दियां, स्टूडेंट्स की बहुत वड्डी मूवमेंट चली है उत्थे, उस नूं भी इन्हां ने अपने ड्रैकोनियन मेजर्स नाल दबा दिता सी। पर इस तरह के थोड़ा ना आना अरैसट वारंट दे विच ये एक बड़ा वड्डा ब्लॉट आ रशियन फैडरेशन ते उन्हां दे प्रेजिडेंट, क्योंकि जिहड़ी यूक्रेन की वॉर चल रही है रशिया दे नाल, ਉਹਦੇ ਵਿੱਚ बहुत ਵੱਡੇ पद्धर ते ਇਹਦੇ ਤੇ मतलब कि वॉर क्राइम्स होए ने। ਤੇ ਇਸ ਦਾ ਜਿਹੜਾ ਚੀਫ ਪ੍ਰੋਸੀਕਿਊਟਰ ਹੈਗਾ ਇਸ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ, ਉਹ ਕਰੀਮ ਖਾਨ ਹੈਗਾ। ਹੀ ਇਜ਼ ਅਸਿਸਟਡ ਬਾਈ 100+ ਪੀਪਲ ਜਿਹੜੇ ਕਿ ਉਹਦੀ ਇਨਵੈਸਟੀਗੇਸ਼ਨ 'ਚ ਉਹਨੂੰ ਅਸਿਸਟ ਕਰ ਰਹੇ ਆ, ਜਿਹਦੇ ਰਾਹੀਂ ਉਹ ਸਾਰਾ ਆਪਣੀ ਇਨਵੈਸਟੀਗੇਸ਼ਨ ਦਾ ਮਟੀਰੀਅਲ ਇਕੱਠਾ ਕਰ ਰਹੇ ਆ। ਇਸੇ ਤਰ੍ਹਾਂ ਜਿਹੜਾ ਹੈਗਾ ਕਿ ਇਸ ਜਿਹੜੀ ਕ੍ਰਿਮੀਨਲ ਕੋਰਟ ਹੈਗੀ ਆ, ਇਹਨਾਂ ਨੇ ਪਹਿਲੇ ਜਦੋਂ ਬੋਸਨੀਆ ਦੀ ਵਾਰ ਹੋਈ ਸੀ ਯੂਰਪ ਦੇ ਵਿੱਚ, ਉਦੋਂ ਵੀ ਬੜੇ ਵੱਡੇ ਪੱਧਰ ਤੇ ਸਰਬੀਅਨ ਲੀਡਰਸ਼ਿਪ ਦੀ ਤੇ ਉਹਨਾਂ ਦੀ ਸਰਬੀਅਨ ਆਰਮੀ ਵੱਲੋਂ ਮੁਸਲਮਾਨ ਜੋ ਭਾਈਚਾਰਾ ਹੈਗਾ ਬੋਸਨੀਆ ਦੇ ਵਿੱਚ, ਇਸੇ ਤਰ੍ਹਾਂ ਕਰੋਸ਼ੀਆ ਦੇ ਵਿੱਚ, ਉੱਥੇ ਬਹੁਤ ਵੱਡੇ ਲੈਵਲ ਤੇ ਵਾਰ ਕ੍ਰਾਈਮਸ ਹੋਏ ਸੀ। ਤੇ ਇਸੇ ਕੋਰਟ ਦੀ ਜੁਰਿਸਡਿਕਸ਼ਨ ਦੇ ਨਾਲ ਉਹਨਾਂ ਨੇ ਉੱਥੋਂ ਦੇ ਜਿਹੜਾ ਲੀਡਰ ਸੀਗਾ ਸਲੋਬੋਦਨ ਮਿਲੋਸੇਵਿਚ ਤੇ ਜਿਹੜਾ ਦੂਸਰਾ ਵੀ ਉਹਨਾਂ ਦਾ ਪ੍ਰਮੁੱਖ ਲੀਡਰ ਸੀਗਾ, ਉਹਨਾਂ ਨੂੰ ਇਹਨਾਂ ਕੋਰਟ ਦੇ ਵਿੱਚ ਆ ਕੇ ਸਾਹਮਣਾ ਕਰਨਾ ਪਿਆ ਸੀ। ਇਸ ਟਾਈਮ ਤੇ ਪ੍ਰੈਜ਼ੈਂਟਲੀ ਦੇ ਆਰ ਅੰਡਰ ਆਪਣੀ ਜੇਲ੍ਹ ਟਰਮ ਭੁਗਤ ਰਹੇ ਆ। ਸੋ ਇਸ ਕਰਕੇ ਹੁਣ ਰਸ਼ੀਅਨ ਪ੍ਰੈਜ਼ੀਡੈਂਟ ਨੂੰ ਉਸ ਕੰਟਰੀਜ਼ ਨੂੰ ਅਵੋਇਡ ਕਰਨਾ ਪਊਗਾ ਜਿਹੜੀਆਂ ਕੰਟਰੀਜ਼ ਇਹਦੀਆਂ ਸਿਗਨੇਟੋਰੀਜ਼ ਹੈਗੀਆਂ। 123 ਕੰਟਰੀਜ਼ ਨੇ ਵਰਲਡ ਦੇ ਵਿੱਚ ਜਿਹੜੀਆਂ ਇਹਦੇ ਨਾਲ ਅਟੈਚ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ। ਜੀ, ਸੋ ਅਗਰ ਕੋਈ ਦੇਸ਼ ਜਿਹੜਾ ਜਿਵੇਂ ਭਾਰਤ ਇਹਦੇ ਨਾਲ ਅਟੈਚ ਨਹੀਂ ਹੈਗਾ, ਵਿੱਚ ਸਿਗਨੇਟਰੀ ਨਹੀਂ ਹੈਗਾ, ਸੋ ਇਹਦਾ ਮਤਲਬ ਕਿ ਜੇਕਰ ਭਾਰਤ ਦੇ ਵਿੱਚ ਜਿਵੇਂ ਕਿ 1984 ਦੇ ਸਿੱਖ ਕਤਲੇਆਮ ਦੀ ਗੱਲ ਉੱਠਦੀ ਹੈ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਮਸਲਾ ਲਿਜਾਣ ਦੀ ਗੱਲ ਹੁੰਦੀ ਹੈ ਜੀ। ਸੋ ਮੈਂ ਇਹ ਸਪਲੀਮੈਂਟਰੀ ਸਵਾਲ ਪੁੱਛ ਰਹੀ ਹਾਂ ਕਿ ਕੀ ਅਗਰ ਭਾਰਤ ਸਿਗਨੇਟਰੀ ਨਹੀਂ ਹੈਗਾ ਤਾਂ ਕੀ ਭਾਰਤ ਦੇ ਮਸਲੇ ਜਿਹੜੇ ਨੇ, ਚਾਹੇ ਨਸਲਕੁਸ਼ੀ ਦੇ ਮਸਲੇ ਹੋਣ, ਚਾਹੇ ਦੰਗਿਆਂ ਦੇ ਅੱਗੇ ਵੱਧ ਕੇ ਕੋਈ ਵੀ ਕਿਸੇ ਮਾਈਨੋਰਿਟੀ ਦੇ ਕ੍ਰਾਈਮਸ ਦੇ, ਕੀ ਉਹ ਇੰਟਰਨੈਸ਼ਨਲ ਕੋਰਟ 'ਚ ਫਿਰ ਲਿਜਾਏ ਜਾ ਸਕਦੇ ਨੇ? ਬਿਲਕੁਲ ਲਿਜਾਏ ਜਾ ਸਕਦੇ। ਮੈਂ ਬਹੁਤ ਚਿਰ ਤੋਂ ਇਹ ਅਕਾਲੀ ਦਲ ਦੀ ਲੀਡਰਸ਼ਿਪ ਅੱਗੇ ਹੀ ਮੈਂ ਸਵਾਲ ਰੱਖੇ ਸੀਗੇ। ਈਵਨ ਵੈਸਟਰਨ ਵਰਲਡ ਦੇ ਵਿੱਚ ਜਿਹੜੇ ਸੋ ਕਾਲਡ ਲੀਡਰਸ ਨੇ ਸਿੱਖ ਕੌਮ ਦੇ, ਈਵਨ ਕਿ ਇਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਵੀ ਇੱਕ ਲੰਡਨ 'ਚ ਬਣਾਈ ਹੋਈ ਆ। ਮੈਂ ਆਪਣੇ ਪਬਲਿਕ ਡੋਮੇਨ 'ਚ ਬੜੀ ਵਾਰ ਇਹ ਸਵਾਲ ਉਠਾਇਆ ਕਿ ਕਿਉਂ ਨਹੀਂ ਸਿੱਖ ਕੌਮ ਨੇ ਜਾਂ ਇਹਨਾਂ ਦੀ ਜਿਹੜੀ ਲੀਡਰਸ਼ਿਪ ਆ ਅਕਾਲੀ ਦਲ, ਈਵਨ SGPC ਪ੍ਰੈਜ਼ੀਡੈਂਟ ਨੇ, ਉਹਨਾਂ ਨੂੰ ਇੱਥੇ ਐਪਲੀਕੇਸ਼ਨ ਮੂਵ ਕਰਨੀ ਚਾਹੀਦੀ ਸੀ ਅਬਾਊਟ ਵਾਰ ਕ੍ਰਾਈਮਸ ਡਿਊਰਿੰਗ ਇੰਡੀਅਨ ਆਰਮੀ ਅਟੈਕ ਔਨ ਦਰਬਾਰ ਸਾਹਿਬ ਇਨ 1984 ਐਂਡ 39 ਅਦਰ ਗੁਰਦੁਆਰਾਸ ਇਨ ਪੰਜਾਬ। ਇਸੇ ਤਰ੍ਹਾਂ ਜਦੋਂ ਸਿੱਖ ਕਾਰਨੇਜ ਹੋਇਆ 1984 ਦਾ ਦਿੱਲੀ ਤੇ 100+ ਸਿਟੀਜ਼ ਇਨ ਇੰਡੀਆ, ਉਸ ਇਸ਼ੂ ਨੂੰ ਵੀ ਜੇ ਆਪਾਂ ਕਦੀ ਐਡਰੈਸ ਕਰਨਾ ਤਾਂ ਆਪਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਦਰਵਾਜ਼ਾ ਉੱਥੇ ਜਾ ਕੇ ਦਸਤਕ ਦੇਣੀ ਪਊਗੀ। ਤੇ ਉੱਥੇ ਈਵਨ ਇੰਡੀਵਿਜੂਅਲਸ ਜਿਵੇਂ ਅਲ ਜਜ਼ੀਰਾ ਦੀ ਰਿਪੋਰਟਰ ਜਿਹੜੀ ਸੀ, ਜਰਨਲਿਸਟ ਜਿਹੜੀ ਕਿ ਅਮਰੀਕਨ ਪੈਲਸਟੀਨੀਅਨ ਅਮਰੀਕਨ ਸੀਗੀ, ਵੈਸੇ ਪੈਲਸਟੀਨੀਅਨ ਸੀ ਪਰ ਉਹਦੇ ਕੋਲੇ ਹੁਣ ਅਮਰੀਕਨ ਸਿਟੀਜ਼ਨਸ਼ਿਪ ਸੀਗੀ, ਉਹ ਡਿਊਰਿੰਗ ਏ ਆਰਮੀ ਇਜ਼ਰਾਈਲੀ ਆਰਮੀ ਰੇਡ ਪਿਛਲੇ ਸਾਲ, ਤਾਂ ਉਸ ਟਾਈਮ ਤੇ ਇਜ਼ਰਾਈਲੀ ਫੌਜ ਦੀ ਗੋਲੀਆਂ ਦਾ ਉਹ ਸ਼ਿਕਾਰ ਹੋਈ ਸੀਗੀ। ਤੇ ਉਸ ਕਰਕੇ ਜਦੋਂ ਉਹਨਾਂ ਦੀ ਕਿਤੇ ਨਹੀਂ ਸੁਣੀ ਗਈ ਤਾਂ ਅਲ ਜਜ਼ੀਰਾ ਨੇ ਆਪਣੇ ਵੱਲੋਂ ਜਿਹੜਾ ਟੈਲੀਵਿਜ਼ਨ ਇੰਟਰਨੈਸ਼ਨਲ ਚੈਨਲ ਆ, ਤਾਂ ਉਹਨਾਂ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਉਹ ਜਿਹੜਾ ਅਗੇਂਸਟ ਇਜ਼ਰਾਈਲੀ ਆਰਮੀ ਉਹ ਕੇਸ ਰਜਿਸਟਰ ਹੋਇਆ ਤੇ ਉਸ ਕਰਕੇ ਜਿਹੜਾ ਇਜ਼ਰਾਈਲੀ ਆਰਮੀ ਆ ਉਹ ਅੰਡਰ ਅਰੈਸਟ ਵਾਰੰਟ ਹੈਗੀ ਆ, ਜਿਹੜੇ ਉਹਨਾਂ ਦੇ ਉਸ ਟਾਈਮ ਤੇ ਜਰਨਲ ਸੀਗੇ ਜਿਹੜੇ ਕਮਾਂਡ ਕਰ ਰਹੇ ਸੀ। ਇਹਦੇ ਤੇ ਸਵਾਲ ਹੋਰ ਵੀ ਵੈਸੇ ਪੁੱਛਣ ਦਾ ਮਨ ਹੈਗਾ, ਪਰ ਅੱਜ ਮੈਂ ਸਕਿਪ ਕਰਾਂਗੀ ਕਿਉਂਕਿ ਹੋਰ ਮਸਲੇ ਜਿਹੜੇ ਨੇ ਉਹ ਵੀ ਆਪਾਂ ਵਿੱਚ ਲੈਣੇ ਨੇ। ਸਭ ਤੋਂ ਪਹਿਲਾਂ ਮੈਂ ਇਹ ਵੀ ਚਾਹਾਂਗੀ ਨਾਲ ਕਿ ਸਰ ਆਪਾਂ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਹਿਊਮਨ ਰਾਈਟਸ ਦੇ ਉੱਤੇ ਰਿਪੋਰਟ ਤੁਸੀਂ ਮੇਰੇ ਨਾਲ ਜ਼ਿਕਰ ਕਰ ਰਹੇ ਸੀ, ਮੇਰੀ ਰਿਕੁਐਸਟ ਹੈ ਕਿ ਉਹ ਸਾਡੇ ਨਾਲ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰੋ। ਜਿਹੜਾ US ਦਾ ਸਟੇਟ ਡਿਪਾਰਟਮੈਂਟ ਆ ਨਾ, ਜਿਵੇਂ ਆਪਾਂ ਇੱਥੇ ਆਪਣਾ ਐਕਸਟਰਨਲ ਅਫੇਅਰਸ ਜਾਂ ਫੋਰਨ ਅਫੇਅਰਸ ਮਿਨਿਸਟਰੀ ਕਹਿੰਦੇ ਆ, US ਦੇ ਵਿੱਚ ਸਟੇਟ ਡਿਪਾਰਟਮੈਂਟ ਆ ਜਿਹੜਾ ਕਿ ਓਵਰਲੋਕ ਕਰਦਾ ਉਹਨਾਂ ਦੇ ਸਾਰੇ ਜਿਹੜੇ ਫੋਰਨ ਅਫੇਅਰਸ ਦੇ ਮੈਟਰਸ ਨੇ। ਤੇ ਉਹ ਹਰ ਸਾਲ ਆਪਣੀ ਐਨੂਅਲ ਕੰਟਰੀ ਰਿਪੋਰਟਸ ਜਿਹੜੀ ਆ ਉਹ ਪਬਲਿਸ਼ ਕਰਦੇ ਨੇ, ਜਿਹਦੇ ਰਾਹੀਂ ਉਹ ਆਲ ਓਵਰ ਦਾ ਵਰਲਡ ਜਿਹੜੇ ਕੰਟਰੀਜ਼ ਦੇ ਉਹ ਉਹਨਾਂ ਦੇ ਕੀ ਹਿਊਮਨ ਰਾਈਟਸ ਦਾ ਜਿਹੜਾ ਉਹਨਾਂ ਦਾ ਸਟੇਟਸ ਆ ਉਸ ਕੰਟਰੀਜ਼ ਦਾ, ਉਹਦੇ ਵਿੱਚ ਇਹਨਾਂ ਨੇ ਅੱਡ ਇੰਡੈਕਸਿਸ ਵਿਚਾਰੇ ਜਾਂਦੇ ਨੇ। ਤੇ ਉਹਦੇ ਵਿੱਚ ਇਹ
ਜਿਵੇਂ ਇੰਡੀਆ ਬਾਰੇ ਵੀ ਹੈ ਸਪੈਸੀਫਿਕ ਇਹ ਰਿਪੋਰਟ ਤੇ ਹੋਰ ਕੰਟਰੀਜ਼ ਬਾਰੇ ਨੇ। ਪਰ ਪ੍ਰਮੁੱਖਤਾ ਦੇ ਨਾਲ ਜਿਹੜੀ ਸਟੇਟ ਡਿਪਾਰਟਮੈਂਟ ਨੇ ਮਾਰਚ 2023 ਨੂੰ ਜਿਹੜਾ ਸੈਕਟਰੀ ਆਫ ਸਟੇਟ ਹੈ ਐਂਥਨੀ ਬਲਿੰਕਨ, ਉਹਨਾਂ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਹੈ, ਇਟ ਇਜ਼ ਅਬਾਊਟ ਜਿਹੜੀ ਹੈਗੀ ਹੈ ਇਹ ਡੈਮੋਕ੍ਰੇਸੀ, ਹਿਊਮਨ ਰਾਈਟਸ ਤੇ ਲੇਬਰ ਇਸ਼ੂਜ਼ ਬਾਰੇ ਆ। ਤੇ ਇਸ ਤੇ ਜਿਹੜੀ ਰਿਪੋਰਟ ਦੇ ਵਿੱਚ ਮੁੱਖ ਪ੍ਰਮੁੱਖ ਜਿਹੜੇ ਉਹਨਾਂ ਨੇ ਕੰਟਰੀਜ਼ ਫਿਗਰ ਆਊਟ ਕੀਤੇ ਨੇ, ਉਹਦੇ 'ਚ ਰਸ਼ੀਆ ਹੈਗਾ, ਉਹ ਜਿਹੜੀ ਰਸ਼ੀਅਨ ਯੂਕਰੇਨ ਵਾਰ ਚੱਲ ਰਹੀ ਆ ਉਸ ਇਸ਼ੂ ਬਾਰੇ ਹੈਗਾ। ਇਸੇ ਤਰ੍ਹਾਂ ਚਾਈਨਾ ਹੈਗਾ, ਚਾਈਨਾ ਦੀ ਜਿਹੜੀ ਟਰੀਟਮੈਂਟ ਹੈਗੀ ਆ ਹਿਊਮਨ ਰਾਈਟਸ ਵਾਇਲੇਸ਼ਨ ਦੀ ਅਬਾਊਟ ਮੁਸਲਿਮ ਭਾਈਚਾਰਾ ਯੂਗਰਸ। ਤੇ ਇਸੇ ਤਰ੍ਹਾਂ ਹੋਰ ਜਿਹੜੇ ਉਹਨਾਂ ਦੀ ਐਥਨਿਕ ਗਰੁੱਪਸ ਨੇ ਉਹਨਾਂ ਤੇ ਜੋ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ ਉਸ ਬਾਰੇ ਉਹਨਾਂ ਤੋਂ ਇੱਕ ਕਟਹਿਰੇ ਵਿੱਚ ਲਿਆਂਦਾ ਗਿਆ ਹੈਗਾ। ਇਸੇ ਤਰ੍ਹਾਂ ਇਰਾਨ ਨੂੰ ਲਿਆਂਦਾ ਗਿਆ, ਇਸੇ ਤਰ੍ਹਾਂ ਮਾਇਨਮਾਰ ਜਿਹਨੂੰ ਆਪਾਂ ਬਰਮਾ ਕਹਿੰਦੇ ਉਹਨਾਂ ਨੂੰ ਲਿਆਂਦਾ ਗਿਆ, ਇਸ ਤਰ੍ਹਾਂ ਨਾਰਥ ਕੋਰੀਆ ਨੂੰ। ਤੇ ਉਹਦੇ ਵਿੱਚ ਇੰਡੀਆ ਵੀ ਪ੍ਰਮੁੱਖਤਾ ਦੇ ਨਾਲ ਇਸ ਬਾਰੇ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਦੀ ਰਿਪੋਰਟ ਆਈ ਆ ਉਹਦੇ ਬਾਰੇ ਜਦੋਂ ਇਹਨਾਂ ਦੇ ਅਸਿਸਟੈਂਟ ਸੈਕਟਰੀ ਫॉर ਡੈਮੋਕ੍ਰੇਸੀ, ਹਿਊਮਨ ਰਾਈਟਸ ਐਂਡ ਲੇਬਰ ਐਰਨ ਬਰਕਲੇ ਨੇ ਆਪਣੇ ਪ੍ਰੈਸ ਰਿਪੋਰਟਰਸ ਨਾਲ ਗੱਲ ਕਰਦਿਆਂ ਉਹਨਾਂ ਨੇ ਕਹੀ ਸੀ ਕਿ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਤੇ ਆਰਬਿਟਰਰੀ ਕਿਲਿੰਗਸ ਹੋ ਰਹੀਆਂ ਨੇ। ਈਵਨ ਜਿਹੜੇ ਕਿ ਜੇਲ੍ਹ ਆਫੀਸ਼ੀਅਲਸ ਨੇ ਉਹ ਇਨ ਕਸਟਡੀ ਟਾਰਚਰ ਦੇ ਲਈ ਜ਼ਿੰਮੇਵਾਰ ਨੇ। ਤੇ ਜਿਹੜਾ ਇੱਥੇ ਮਿਆਰ ਹੈਗਾ ਪ੍ਰੈਸ ਫਰੀਡਮ ਦਾ, ਉਹਦੇ ਵਿੱਚ ਬਹੁਤ ਵੱਡੇ ਲੈਵਲ ਤੇ ਘੁਟਨ ਹੈਗੀ ਆ। ਈਵਨ ਸਿਵਲ ਸੁਸਾਇਟੀ ਜਿਹੜੀ ਹੈਗੀ ਆ ਉਹ ਅੰਡਰ ਪ੍ਰੈਸ਼ਰ ਹੈਗੀ ਆ। ਜਿਹੜੀਆਂ ਇੰਟਰਨੈਸ਼ਨਲ ਬਾਡੀਜ਼ ਇੰਡੀਆ 'ਚ ਆਪਰੇਟ ਕਰ ਰਹੀਆਂ ਨੇ, ਜਿਸ ਤਰ੍ਹਾਂ ਐਮਨੈਸਟੀ ਇੰਟਰਨੈਸ਼ਨਲ, ਆਕਸਫੈਮ ਤੇ ਜਿਹੜੇ ਹੋਰ ਗ੍ਰੀਨ ਪੀਸ ਦੇ ਗਰੁੱਪਸ ਨੇ, ਉਹਨਾਂ ਦੇ ਐਕਟਿਵਿਸਟ ਨੂੰ ਤੇ ਇਹਨਾਂ ਆਰਗੇਨਾਈਜੇਸ਼ਨਸ ਦੇ ਦਫ਼ਤਰਸ ਦੇ ਵਿੱਚ ਇਹਨਾਂ ਦੀਆਂ ਫੋਰਨ ਰੈਗੂਲੇਸ਼ਨਰੀ ਐਕਟ ਥੱਲੇ ਉਹਨਾਂ ਨੂੰ ਦਬਾਇਆ ਜਾ ਰਿਹਾ। ਇਸੇ ਤਰ੍ਹਾਂ ਉਹਨਾਂ ਨੇ ਕੁਐਸਚਨ ਕੀਤਾ ਹੈਗਾ ਲੈਵਲ ਆਫ ਡੈਮੋਕ੍ਰੇਸੀ ਇਨ ਇੰਡੀਆ। ਉਹਦੇ 'ਚ ਵੀ ਉਹਨਾਂ ਨੇ ਕੁਐਸਚਨਸ ਰੇਜ਼ ਕੀਤੇ ਨੇ ਕਿ ਇੰਡੀਆ ਬੀਇੰਗ ਏ ਫ੍ਰੀ ਲਾਰਜੈਸਟ ਡੈਮੋਕ੍ਰੇਸੀ, ਇਟ ਇਜ਼ ਮੂਵਿੰਗ ਟੁਵਰਡਸ ਇੱਕ ਫੇਲਡ ਡੈਮੋਕ੍ਰੇਸੀ ਵੱਲ ਨੂੰ ਵੱਧ ਰਹੀ ਹੈ। ਕਿਉਂਕਿ ਇੱਥੇ ਜਿਸ ਤਰ੍ਹਾਂ ਦਾ ਪਿਛਲੇ ਵਰਤਾਰਾ ਹੋ ਰਿਹਾ ਸਿੰਸ ਲਾਸਟ 9 years, ਤਾਂ ਇੱਥੇ ਇਹ ਪਿਕਚਰ ਆ ਰਹੀ ਹੈ ਕਿ ਇਹ ਇੱਕ ਅਥੋਰਿਟੇਰੀਅਨ ਤੇ ਆਟੋਕ੍ਰੈਟਿਕ ਰਜੀਮ ਦੀ ਸ਼ਕਲ ਅਖਤਿਆਰ ਕਰ ਚੁੱਕੀ ਹੈ ਜਿਹੜੀ ਇੰਡੀਆ ਦੀ ਵੇ ਆਫ ਗਵਰਨੈਂਸ ਹੈਗੀ ਆ। ਉਸ ਕਰਕੇ ਉਹਨਾਂ ਨੇ ਇਹ ਰਿਪੋਰਟ ਜਿਹੜੀ ਹੈਗੀ ਉਹ US ਕਾਂਗਰਸ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ, ਜਿਹੜੀ ਉੱਥੋਂ ਦੀ ਆਪਾਂ ਪਾਰਲੀਮੈਂਟ ਕਹਿੰਦੇ ਆ। ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ US ਐਡਮਿਨਿਸਟ੍ਰੇਸ਼ਨ ਤੇ ਉਸ ਤੋਂ ਬਾਅਦ ਡੀਲਿੰਗਸ ਨੇ ਉਸ ਕੰਟਰੀਜ਼ ਦੇ ਨਾਲ, ਉਹ ਉਹਨਾਂ ਦੇ ਲਈ ਇੱਕ ਆਧਾਰ ਬਣਦਾ ਕਿ ਉੱਥੇ ਜਿਹੜੀ ਹਿਊਮਨ ਰਾਈਟਸ ਦਾ ਕੀ ਸਟੇਟਸ ਹੈਗਾ ਉਸ ਕੰਟਰੀਜ਼ ਦੇ ਵਿੱਚ। ਉਸ ਹਿਸਾਬ ਨਾਲ ਇਹਨਾਂ ਦੀਆਂ ਜਿਹੜੀਆਂ ਫੋਰਨ ਪਾਲਿਸੀਜ਼ ਨੇ ਉਹ ਫਿਰ ਓਰੀਜੀਨੇਟ ਹੁੰਦੀਆਂ ਨੇ। ਐਵਰੀ ਈਅਰ ਇਹ ਰਿਪੋਰਟ ਆਉਂਦੀ ਹੈ, ਲੰਮੇ ਚਿਰ ਤੋਂ ਇਹ ਰਿਪੋਰਟ ਪਬਲਿਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਜਦੋਂ ਰਿਪੋਰਟ ਉਹ ਪਬਲਿਸ਼ ਕਰਦੇ ਨੇ ਉਸ ਤੋਂ ਪਹਿਲੇ ਜਿਹੜੇ ਸਿਵਲ ਸੁਸਾਇਟੀ ਦੇ ਗਰੁੱਪਸ ਨੇ USA ਦੇ ਵਿੱਚ ਨੇ, ਇੰਡੀਆ ਦੇ ਵਿੱਚ ਨੇ ਜਾਂ ਹੋਰ ਕੰਟਰੀਜ਼ ਦੇ ਨੇ, ਉਹਨਾਂ ਦੇ ਨਾਲ ਇਹਨਾਂ ਦੀਆਂ ਲੌਂਗ ਡਿਲੀਬਰੇਸ਼ਨਸ ਹੁੰਦੀਆਂ ਨੇ, ਡਿਸਕਸ਼ਨਸ ਹੁੰਦੀਆਂ ਨੇ ਤੇ ਵਿਦ ਪ੍ਰੂਫ ਫਿਰ ਇਹ ਕੋਟ ਕਰਕੇ ਸਪੈਸੀਫਿਕ ਇਨਸੀਡੈਂਟਸ ਤੇ ਇਸ ਰਿਪੋਰਟ ਨੂੰ ਤਿਆਰ ਕੀਤਾ ਜਾਂਦਾ। ਇਹ ਬੜੀ ਅਹਿਮ ਡਾਕੂਮੈਂਟ ਹੁੰਦਾ ਜਿਹੜਾ US ਕਾਂਗਰਸ ਦੇ ਵਿੱਚ ਵਿਚਾਰਿਆ ਜਾਂਦਾ। ਇੰਡੀਅਨ ਡੈਮੋਕ੍ਰੇਸੀ ਦੇ ਕੀ ਹਾਲਾਤ ਨੇ, ਲੋਕਤੰਤਰ ਦੀ ਹਾਲਤ ਕਿਤਨੀ ਪਤਲੀ ਹੋ ਚੁੱਕੀ ਹੈ ਇਸ ਸਮੇਂ, ਇਹਨੂੰ ਆਪਾਂ ਵੀਡੀਓ ਦੇ ਐਂਡ ਦੇ ਉੱਤੇ ਮੈਂ ਤੁਹਾਨੂੰ ਇਸੇ ਨਾਲ ਜੁੜਿਆ ਹੋਇਆ ਇੱਕ ਸਵਾਲ ਲੈ ਕੇ ਆਵਾਂਗੀ। ਸਰ ਪਹਿਲਾਂ ਪੰਜਾਬ ਦੀ ਗੱਲ ਤੇ ਆਉਣਾ ਚਾਹੁੰਦੇ ਹਾਂ। ਸਰ ਮੈਂ ਪੰਜਾਬ ਦੇ ਵਿੱਚ ਜਦੋਂ ਦਾ ਅੰਮ੍ਰਿਤਪਾਲ ਆਇਆ ਉਦੋਂ ਦਾ ਹੀ TV ਸਕਰੀਨਸ, ਅਖਬਾਰਾਂ ਦੀਆਂ ਸੁਰਖੀਆਂ ਔਰ ਹਰ ਪਾਸੇ ਉਹੀ ਚਰਚਾ ਦੇ ਵਿੱਚ ਬਣਿਆ ਹੋਇਆ ਸੀ, ਕੇਂਦਰ ਬਣਿਆ ਹੋਇਆ ਸੀ। ਉਹ ਆਪਣੀ ਕਾਬਲੀਅਤ ਦੇ ਨਾਲ ਇਹ ਕੇਂਦਰ ਬਣਿਆ ਜਾਂ ਉਹਨੂੰ ਬਣਾ ਦਿੱਤਾ ਗਿਆ, ਇਹ ਹਜੇ ਤੱਕ ਵੀ ਸਮਝ ਨਹੀਂ ਆਇਆ। ਮਸਲੇ ਦੀ ਸ਼ੁਰੂਆਤ ਹੁੰਦੀ ਹੈ 18 ਫਰਵਰੀ ਤੋਂ, ਜਦੋਂ ਅੰਮ੍ਰਿਤਪਾਲ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਿ ਉਹਨੇ ਕਿਸੇ ਨੂੰ ਅਗਵਾ ਕੀਤਾ ਸੀ, ਕੁੱਟਮਾਰ ਕੀਤੀ ਸੀ। ਉਸ ਤੋਂ ਬਾਅਦ ਅੰਮ੍ਰਿਤਪਾਲ ਅਜਨਾਲਾ ਪੁਲਿਸ ਸਟੇਸ਼ਨ ਘੇਰਦਾ ਹੈ ਵਿਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਂਡ ਵਿਦ ਲੋਟ ਆਫ ਕਰਾਊਡ। ਉਸ ਸਮੇਂ ਵੀ ਆਪਾਂ ਐਪੀਸੋਡ ਕੀਤਾ ਸੀ, ਉਹਦੇ ਵਿੱਚ ਜੋ ਵਿਚਾਰ ਸੀ ਉਹ ਦਰਸ਼ਕਾਂ ਨੇ ਸਾਡਿਆਂ ਨੇ ਸੁਣੇ ਨੇ। ਉਸ ਤੋਂ ਬਾਅਦ ਜਿਹੜੀ ਇੱਕ ਘਟਨਾ ਜਿਹਦਾ ਜ਼ਿਕਰ ਆਪਾਂ ਉਸ ਸਮੇਂ ਨਹੀਂ ਕੀਤਾ ਔਰ ਅੱਜ ਮੈਂ ਉੱਥੋਂ ਹੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਕਿ ਥਾਣੇ ਦੇ ਅੰਦਰ ਬੈਠਾ ਅੰਮ੍ਰਿਤਪਾਲ ਇੱਕ ਗੱਲ ਕਹਿ ਰਿਹਾ ਸੀ ਜਿੱਥੇ SSP ਸੀ ਔਰ ਬਹੁਤ ਸਾਰੇ ਹਥਿਆਰਬੰਦ ਉਹਦੇ ਸਿਕਿਉਰਿਟੀ ਗਾਰਡ ਉਸ ਪੁਲਿਸ ਸਟੇਸ਼ਨ ਦੇ ਵਿੱਚ ਉਸ ਪੁਲਿਸ ਆਫੀਸਰਸ ਦੇ ਆਲੇ ਦੁਆਲੇ ਖੜੇ ਹੋਏ ਸਨ। ਉੱਥੇ ਅੰਮ੍ਰਿਤਪਾਲ ਕਹਿ ਰਿਹਾ ਸੀ ਕਿ ਤੁਸੀਂ ਇਹ ਰਿਪੋਰਟਾਂ ਭੇਜ ਦਿਓ ਮੇਰੇ ਬਾਰੇ ਕਿ ਮੇਰੇ ਨਾਲ ਕੋਈ ਤੁਰਦਾ ਨਹੀਂ ਹੈਗਾ,
ਆ ਦੇਖੋ ਮੇਰੇ ਨਾਲ ਕਿੰਨੇ ਲੋਕ ਨੇ। ਐਵੇਂ ਮਹਿਸੂਸ ਹੋ ਰਿਹਾ ਸੀ ਕਿ ਅੰਮ੍ਰਿਤਪਾਲ ਇੱਕ ਚੈਲੰਜ ਮਹਿਸੂਸ ਕੀਤਾ ਉਹਨੇ। ਉਹਨੂੰ ਕਿਸੇ ਚੀਜ਼ ਨੇ ਹਰਟ ਕੀਤਾ ਹੈ ਕਿ ਉਹਦੀ ਇਹ ਜਿਹੜੀ ਪਬਲਿਸਿਟੀ ਆ, ਇਹ ਘੱਟ ਹੋ ਰਹੀ ਹੈ ਜਾਂ ਉਹਦੀ ਈਗੋ ਨੂੰ ਕਿਸੇ ਨੇ ਹਰਟ ਕੀਤਾ। ਇਹ ਜਦੋਂ ਬਾਅਦ ਵਿੱਚ ਇੱਕ ਇੰਟਰਵਿਊ ਦੇ ਵਿੱਚ ਉਹਨੇ ਖੁਲਾਸਾ ਕੀਤਾ ਕਿ ਇੱਕ ਟੀਵੀ ਚੈਨਲ ਜਿਹਦੀ ਇੱਕ ਵੈਬਸਾਈਟ ਵੀ ਹੈ, ਔਰ ਉਹ ਵੈਬਸਾਈਟ ਨੇ ਇੱਕ ਰਿਪੋਰਟ ਛਾਪੀ ਸੀ 21 ਫਰਵਰੀ ਨੂੰ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੰਮ੍ਰਿਤਪਾਲ ਡੈਸਪੀਰੇਸ਼ਨ ਦੇ ਵਿੱਚ ਆ। ਕਿਉਂ ਡੈਸਪੀਰੇਟ ਹੈ? ਕਿਉਂਕਿ ਉਹ ਆਈਸੋਲੇਟਡ ਮਹਿਸੂਸ ਕਰ ਰਿਹਾ ਹੈ, ਔਰ ਇਸੇ ਕਰਕੇ ਹੀ ਉਹ ਅਮਿਤ ਸ਼ਾਹ, ਦੇਸ਼ ਦੇ ਯੂਨੀਅਨ ਹੋਮ ਮਿਨਿਸਟਰ ਨੇ, ਉਹਨਾਂ ਦੇ ਖਿਲਾਫ ਏਦਾਂ ਦੇ ਕਮੈਂਟ ਕਰ ਰਿਹਾ, ਜਿਹਦੇ ਵਿੱਚ ਉਹ ਇੰਦਰਾ ਗਾਂਧੀ ਦੇ ਜੋ ਹਸ਼ਰ ਹੋਇਆ ਪ੍ਰਧਾਨ ਮੰਤਰੀ ਉਸ ਸਮੇਂ ਦੇ, ਉਹ ਯਾਦ ਕਰਵਾਉਂਦਾ ਹੈ। ਤੇ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਅੰਮ੍ਰਿਤਪਾਲ ਦੀ ਪੋਪੂਲੈਰਿਟੀ ਜਿਹੜੀ ਹੈ ਉਹ ਘਟ ਗਈ ਆ, ਇਸ ਕਰਕੇ ਉਹ ਇਹੋ ਜਿਹੀ ਹੁੱਲੜਬਾਜ਼ੀ ਕਰਦਾ ਪਿਆ ਹੈ, ਇਹੋ ਜਿਹੇ ਸਟੇਟਮੈਂਟ ਦੇ ਰਿਹਾ ਕਿ ਉਹਨੂੰ ਉਹ ਲੋਸਟ ਪਬਲਿਸਿਟੀ ਵਾਪਸ ਮਿਲੇ। ਹੁਣ ਐਵੇਂ ਲੱਗਦਾ ਕਿ ਉਹ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਜੋ ਹੋਇਆ ਉਹ ਸਭ ਤੋਂ ਵੱਡੀ ਅੰਮ੍ਰਿਤਪਾਲ ਦੀ ਗਲਤੀ ਸੀ, ਔਰ ਉਹਦੇ ਪਿਛਲਾ ਕਾਰਨ ਉਹ ਖੁਦ ਹੀ ਦੱਸ ਰਿਹਾ ਹੈ ਕਿ ਉਹ ਇਸ ਕਰਕੇ ਕਰਦਾ ਹੈ ਕਿਉਂਕਿ ਉਹਦੇ ਬਾਰੇ ਇਹ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਸਨ। ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦਾ ਡਾਊਨਫਾਲ ਉਦਣ ਹੀ ਹੋ ਗਿਆ ਸੀ ਜਿਸ ਦਿਨ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਇਹ ਪਹੁੰਚਿਆ। ਉਸ ਤੋਂ ਬਾਅਦ ਇੱਕ ਬਹੁਤ ਵੱਡਾ ਜੁਆਇੰਟ ਆਪਰੇਸ਼ਨ 18 ਤਰੀਕ ਨੂੰ ਸ਼ੁਰੂ ਕੀਤਾ ਜਾਂਦਾ ਹੈ, 18 ਮਾਰਚ ਨੂੰ, ਔਰ ਅੱਜ ਹੋਰ ਬਹੁਤ ਨੌਜਵਾਨ ਜਿਹੜੇ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ, ਪਰ ਅੰਮ੍ਰਿਤਪਾਲ ਫਰਾਰ ਹੈ। ਪਰ ਅੰਮ੍ਰਿਤਪਾਲ ਬਾਰੇ ਬਹੁਤ ਵੱਡਾ ਤਬਕਾ ਪੰਜਾਬ ਦਾ ਇਹ ਸੋਚਦਾ ਹੈ ਕਿ ਉਹ ਇੱਕ ਸ਼ੈਮ ਲੀਡਰ ਸੀ, ਉਹ ਇੱਕ ਹਿਪੋਕਰੇਟ ਸੀ, ਉਹ ਇੱਕ ਇੰਪੋਸਟਰ ਸੀ। ਮਾਫੀ ਚਾਹੁੰਦੀ ਹਾਂ ਕਿ ਮੈਂ ਇੰਗਲਿਸ਼ ਵਾਲੇ ਸ਼ਬਦ ਵਰਤ ਰਹੀ ਹਾਂ, ਪੰਜਾਬੀ ਤੇ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੀ। ਪਰ ਸਵਾਲ ਮੇਰਾ ਤੁਹਾਡੇ ਵੱਲ ਸਰ ਇਹ ਹੈਗਾ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਅੰਮ੍ਰਿਤਪਾਲ ਫਰਾਰ ਹੋ ਗਿਆ, ਐਡੀ ਵੱਡੀ ਪਲਾਨਿੰਗ ਤੋਂ ਬਾਅਦ ਵੀ, ਐਡੀ ਵੱਡੀ ਕੰਪਰੀਹੈਂਸਿਵ ਆਪਰੇਸ਼ਨ ਤੋਂ ਬਾਅਦ ਵੀ ਇਹਦੀ ਜ਼ਿੰਮੇਵਾਰੀ ਕਿਹਨੂੰ ਦਈਏ? ਇਹ ਜਿਹੜਾ ਹੋਇਆ ਨਾ 18 ਮਾਰਚ ਨੂੰ ਜਿਹੜਾ ਇਨਸੀਡੈਂਟ ਹੋਇਆ, ਅਰੈਸਟ ਕਰਨ ਦਾ ਜਿਹੜਾ ਵਰਤਾਰਾ ਚੱਲਿਆ, ਉਹਦੇ ਬਾਅਦ ਜੋ ਪ੍ਰੈਸ ਰਿਪੋਰਟਸ ਆਲ ਓਵਰ ਇੰਡੀਆ ਆ ਰਿਹਾ ਤੇ ਜਿਸ ਤਰ੍ਹਾਂ ਇਸ ਨੂੰ ਹਾਈਲਾਈਟ ਕੀਤਾ ਗਿਆ, ਇਹਨੂੰ ਇੱਕ ਤਰ੍ਹਾਂ ਦਾ ਇਸ਼ੂ ਦਿਖਾਇਆ ਕਿ ਜਿਵੇਂ ਸਿੱਖਸ ਜਿਹੜੇ ਨੇ, ਸਿੱਖ ਕੌਮ ਨੂੰ ਉਹਨਾਂ ਨੇ ਕਟਹਿਰੇ 'ਚ ਲੈ ਕੇ ਖੜਾ ਕੀਤਾ ਕਿ ਸ਼ਾਇਦ ਸਿੱਖ ਕੌਮ ਵੱਲੋਂ ਅੱਜ ਦੁਬਾਰਾ ਇੰਡੀਅਨ ਗਵਰਨਮੈਂਟ ਨੂੰ ਇੱਕ ਚੈਲੰਜ ਕੀਤਾ ਜਾ ਰਿਹਾ। ਉਹਨਾਂ ਨੇ ਇੱਕ ਸਿੰਗਲ ਇੰਡੀਵਿਜੂਅਲ ਦੇ ਨੈਰੇਟਿਵ ਨੂੰ ਸਮੁੱਚੀ ਕੌਮ ਦੇ ਰਾਹੀਂ ਇਹਨਾਂ ਨੇ ਵਾਰਤਾਲਾਪ ਖੜਾ ਕੀਤਾ ਹੈਗਾ, ਜਿਹਦਾ ਕਿ ਬਹੁਤ ਵੱਡਾ ਸਿੱਖ ਕੌਮ ਦੇ ਵਿੱਚ ਫਿਕਰ ਵੀ ਆ ਤੇ ਇਸ ਬਾਰੇ ਖਾਦਸਾ ਵੀ ਹੈ ਕਿ ਇਸ ਨਾਲ ਕਿਤੇ ਦੁਬਾਰਾ ਜਿਹੜੀ ਸਿੱਖ ਕੌਮ ਆ ਉਹ ਦੁਬਾਰਾ ਕਿਸੇ ਤਰ੍ਹਾਂ ਦਾ ਕਿਸੇ ਆਰਬਿਟਰਲੀ ਨਿਸ਼ਾਨਾ ਨਾ ਬਣ ਜੇ ਇੰਡੀਅਨ, ਮਤਲਬ ਕਿ ਇੰਡੀਆ ਦੇ ਵਿੱਚ। ਈਵਨ ਵਰਲਡ ਵਾਈਡ ਵੀ ਜਿਸ ਤਰ੍ਹਾਂ ਇਸ ਤੋਂ ਬਾਅਦ ਵਰਤਾਰਾ ਸਾਹਮਣੇ ਆਇਆ, ਸਿੱਖ ਜਿਹੜੇ ਪ੍ਰਤੀਨਿਧ ਨੇ, ਜੋ ਡੈਮੋਨਸਟ੍ਰੇਸ਼ਨਸ ਹੋਈਆਂ ਨੇ, ਉਹਦੇ ਤੇ ਮੈਂ ਬਾਅਦ ਚ ਆਉਣਾ। ਇਸ ਜਿਹੜੇ 18 ਮਾਰਚ ਦਾ ਜਿਹੜਾ ਇਹਨਾਂ ਦਾ ਫਲॉप ਸ਼ੋ ਸੀਗਾ, ਪੰਜਾਬ ਗਵਰਨਮੈਂਟ ਇਨ ਕੋਲੈਬੋਰੇਸ਼ਨ ਵਿਦ ਦਾ ਇੰਡੀਅਨ ਸੈਂਟਰਲ ਗਵਰਨਮੈਂਟ, ਜਿਹੜੀਆਂ ਇਹਨਾਂ ਦਾ ਜੁਆਇੰਟ ਆਪਰੇਸ਼ਨ ਸੀਗਾ, ਇਟ ਵਾਸ ਬੇਸਿਕਲੀ ਹੈਡਡ ਬਾय ਦਾ ਸੈਂਟਰਲ ਫੋਰਸਿਸ ਤੇ ਉਹਨੂੰ ਅਸਿਸਟ ਕਰ ਰਹੀ ਸੀ ਪੰਜਾਬ ਪੁਲਿਸ। ਇਹ ਫਰੋਮ ਦਾ ਵੈਰੀ ਬਿਗਨਿੰਗ ਇਹ ਲੱਗ ਰਿਹਾ ਸੀ ਕਿ ਜਿਵੇਂ ਦੋਨੋਂ ਸੈਂਟਰਲ ਤੇ ਪੰਜਾਬ ਗਵਰਨਮੈਂਟ ਦੀ ਮੇਨ ਅਟੈਂਸ਼ਨ ਆ ਟੂ ਗੈਟ ਦਾ ਮੀਡੀਆ ਮੈਕਸਿਮਮ ਕਵਰੇਜ। ਤੇ ਫਿਰ ਇਹ ਪਬਲਿਕ ਡੋਮੇਨ 'ਚ ਇਹ ਐਕਸ਼ਨ ਕੀਤਾ ਹੈਗਾ, ਜਿਹੜਾ ਕਿ ਬੜਾ ਪਲੈਨਡ ਵੇ ਨਾ ਇਨ ਟੇਕਿੰਗ ਸ਼ਾਰਟ ਮਈਅਰਸ ਦੇ ਨਾਲ ਇਹ ਸੰਪੂਰਨ ਹੋ ਸਕਦਾ ਸੀ। ਉਹ ਜਿਹੜੀ ਇਸ ਟਾਈਮ ਤੇ ਇਹਨਾਂ ਦੀ ਇਲ ਕਨਸੀਵਡ ਤੇ ਇਲ ਪਲੈਨਡ ਮੂਵ ਸੀਗੀ, ਉਹ ਇਹਨਾਂ ਦੀ ਬੂਮਰੈਂਗ ਕਰ ਗਈ ਇਹਨਾਂ ਦੇ ਫੇਸ ਤੇ ਹੀ। ਉਹਦੇ ਨਾਲ ਜਿਹੜੀ ਪੰਜਾਬ ਪੁਲਿਸ ਦਾ ਅਕਸ਼ ਤੇ ਇਸੇ ਤਰ੍ਹਾਂ ਸੈਂਟਰਲ ਫੋਰਸਿਸ ਦਾ, ਕਿਉਂਕਿ ਉਹਨਾਂ ਨੇ ਪੰਜਾਬ ਪੁਲਿਸ ਨੂੰ ਮੋਹਰਾ ਬਣਾ ਕੇ ਇਹ ਆਪਰੇਸ਼ਨ ਕੀਤਾ ਹੈਗਾ। ਤੇ ਉਸ ਦੇ ਵਿੱਚ ਜਿਵੇਂ ਦੱਸਿਆ ਜਾ ਰਿਹਾ ਕਿ ਇੰਨੀ ਫੋਰਸ 8 ਪੁਲਿਸ ਸਟੇਸ਼ਨਸ ਦੀ ਫੋਰਸ ਜਿਹੜੀ ਸੀਗੀ, ਮਤਲਬ ਕਿ 8 ਜ਼ਿਲ੍ਹਿਆਂ ਦੀ ਪੁਲਿਸ, ਉਹਦੇ ਵਿੱਚੋਂ ਵੀ ਇੱਕ ਬੰਦਾ ਫਰਾਰ ਹੋ ਜਾਂਦਾ, ਬਾਕੀ ਉਹਦੇ ਨਾਲ ਦੇ ਸਾਥੀ ਗ੍ਰਿਫਤਾਰ ਹੋ ਜਾਂਦੇ ਨੇ। ਇਹ ਜਿਹੜੀ ਇਹਨਾਂ ਨੇ ਸ਼ੋਅ ਕਰ ਰਹੇ, ਉਹਦੇ ਨਾਲ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਡਿਵੈਲਪ ਹੋਈ ਆ ਪੰਜਾਬ 'ਚ, ਖਾਸ ਕਰਕੇ ਸਿੱਖ ਕੌਮ ਦੇ ਵਿੱਚ, ਕਿ ਸ਼ਾਇਦ ਇਹਨੂੰ ਇਸ ਇੰਡੀਵਿਜੂਅਲ ਨੂੰ ਅਰੈਸਟ ਕੀਤਾ ਹੋਇਆ। ਤੇ ਉਹਦੇ ਨਾਲ ਇੱਕ ਰਿਊਮਰ ਮੌਂਗਰਿੰਗ ਦਾ ਇਸ਼ੂ ਬਹੁਤ ਵੱਡੇ ਲੈਵਲ ਤੇ ਉੱਭਰ ਰਿਹਾ। ਇਹ ਜਿਹੜੀ ਚੀਜ਼ ਉਸ ਤੋਂ ਬਾਅਦ ਇਹਨਾਂ ਨੇ ਇੰਟਰਨੈਟ ਨੂੰ ਸ਼ਟ ਡਾਊਨ ਕਰਤਾ। ਵੈਸੇ ਵੀ ਜਿਹੜੀ ਇੱਕ ਇੰਟਰਨੈਸ਼ਨਲ ਐਡਵੋਕੇਸੀ ਗਰੁੱਪ ਆ ਅਸੈਸ ਨਾਓ, ਉਹਨਾਂ ਨੇ ਆਪਣੇ ਹਰ ਸਾਲ ਦੀ ਜਿਹੜੀ ਰਿਪੋਰਟ ਆਉਂਦੀ ਹੈ, ਜਿਹੜੀ ਹੁਣ ਐਨੂਅਲ ਉਹਨਾਂ ਦੀ ਰਿਪੋਰਟ ਆਈ ਹੈ, ਨਿਊਯਾਰਕ ਬੇਸਡ ਐਡਵੋਕੇਸੀ ਗਰੁੱਪ ਹੈਗਾ ਅਸੈਸ ਨਾਓ,
ਉਹਨਾਂ ਨੇ ਇਹ ਕਿਹਾ ਹੈਗਾ ਕਿ ਇੰਡੀਆ ਦੇ ਵਿੱਚ 84 ਟਾਈਮਸ ਇੰਟਰਨੈਟ ਸ਼ਟਡਾਊਨਸ ਹੋਏ ਨੇ, ਜਿਹੜੇ ਕਿ ਥਰੂ ਆਊਟ ਦੀ ਵਰਲਡ ਕਿਸੇ ਵੀ ਮੁਲਕ ਨਾਲੋਂ, ਜਿਹੜਾ ਡੈਮੋਕ੍ਰੈਟਿਕ ਵਰਲਡ ਆ, ਉਸ ਮੁਲਕ ਦੇ ਨਾਲੋਂ ਸਾਰਿਆਂ ਨਾਲੋਂ ਜ਼ਿਆਦਾ ਜੇ ਇੰਟਰਨੈਟ ਸ਼ਟਡਾਊਨ ਹੋਈ ਹੈ ਤਾਂ ਇੰਡੀਆ 'ਚ ਹੋਈ ਹੈ। ਇਹ 5 ਸਾਲ, ਪਿਛਲੇ 5 ਸਾਲਾਂ 'ਚ ਹਰ ਸਾਲ ਇੰਡੀਆ ਦਾ ਜਿਹੜਾ ਇੰਟਰਨੈਟ ਸ਼ਟਡਾਊਨ ਦਾ ਵਰਤਾਰਾ, ਇਹ ਹਮੇਸ਼ਾ ਦੁਨੀਆ 'ਚ ਸਭ ਤੋਂ ਜ਼ਿਆਦਾ ਹੈਗਾ ਕਿਸੇ ਹੋਰ ਮੁਲਕ ਦੇ ਮੁਕਾਬਲੇ ਦੇ ਵਿੱਚ। ਉਹ ਇੰਟਰਨੈਟ ਸ਼ਟਡਾਊਨ ਦੇ ਨਾਲ ਬਾਅਦ 'ਚ ਇਹਨਾਂ ਨੇ 4 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਇੰਟਰਨੈਟ ਜਿਹੜਾ ਸੀਗਾ 3 ਦਿਨਾਂ ਬਾਅਦ ਖੋਲ੍ਹਤਾ ਸੀਗਾ। ਪਰ ਇਸ ਦਿਨ ਜਿਹੜਾ ਗੈਪ ਸੀਗਾ ਇੰਟਰਨੈਟ ਦਾ, ਸੋਸ਼ਲ ਮੀਡੀਆ ਨੂੰ ਸ਼ਟ ਆਫ ਕਰਨ ਦਾ, ਇਹਦੇ ਨਾਲ ਬਹੁਤ ਜ਼ਿਆਦਾ ਅਫਵਾਹਾਂ ਦਾ ਬਾਜ਼ਾਰ ਚੱਲਿਆ ਹੈਗਾ, ਜਿਹਦੇ ਨਾਲ ਕਿ ਅਟਰ ਕਨਫਿਊਜ਼ਨ ਜਿਹੜੀ ਹੈਗੀ ਆ ਸਟੇਟ ਆਫ ਮਾਈਂਡ ਦੇ ਵਿੱਚ, ਖਾਸ ਕਰਕੇ ਸਿੱਖ ਕੌਮ ਦੇ ਵਿੱਚ ਇਹ ਡਿਵੈਲਪ ਹੋਈ ਹੈਗੀ ਆ। ਤੇ ਇੱਕ ਤਰ੍ਹਾਂ ਨਾਲ ਇਹ ਥ੍ਰੈਟ ਵੀ ਮਹਿਸੂਸ ਕੀਤੀ ਜਾ ਰਹੀ ਸਿੱਖ ਕੌਮ ਨੂੰ ਕਿ ਕਿਤੇ ਇਸ ਵਰਤਾਰੇ ਦੇ ਰਾਹੀਂ ਅਸੀਂ ਦੁਬਾਰਾ 84 ਵਾਂਗੂ ਸਿਕਿਉਰਿਟੀ ਫੋਰਸਿਸ ਦੇ ਜਾਂ ਜਨਰਲ ਪਬਲਿਕ ਦੇ ਨਿਸ਼ਾਨੇ ਦੇ ਵਿੱਚ ਨਾ ਆ ਜਾਈਏ। ਉਸ ਤੋਂ ਬਾਅਦ ਜਿਸ ਤਰ੍ਹਾਂ ਵਰਤਾਰਾ ਹੋਇਆ ਹੈਗਾ ਇੰਟਰਨੈਸ਼ਨਲ ਲੈਵਲ ਤੇ, ਉਹ ਪ੍ਰਮੁੱਖ ਤੌਰ ਤੇ UK ਦੇ ਵਿੱਚ ਹੋਇਆ, ਐਂ ਸੈਨ ਫਰਾਂਸਿਸਕੋ USA ਵਿੱਚ ਹੋਇਆ ਹੈਗਾ, ਤੇ ਹੋਰ ਵੀ ਥਾਵਾਂ ਤੇ ਜਰਮਨੀ ਤੇ ਹੋਰ ਵੀ ਕਈ ਮੁਲਕਾਂ ਦੇ ਵਿੱਚ ਇੰਡੀਅਨ ਐਮਬੈਸੀ ਅੱਗੇ ਮੁਜ਼ਾਹਰੇ ਹੋਏ। ਸਾਰਿਆਂ ਨਾਲੋਂ ਜਿਹੜਾ ਮੇਜਰ ਹੋਇਆ ਹੈਗਾ, ਜਿਹੜਾ ਕਿ ਬਹੁਤ ਸ਼ੇਮਫੁਲ ਐਟੀਟਿਊਡ ਸੀਗਾ ਸਿੱਖ ਰਿਪਰੈਜ਼ੈਂਟੇਟਿਵਸ ਵੱਲੋਂ ਜਦੋਂ ਉਹਨਾਂ ਨੇ ਮੁਜ਼ਾਹਰਾ ਕੀਤਾ, ਉਹ ਲੰਡਨ ਦੇ ਵਿੱਚ ਹੋਇਆ, ਜਿੱਥੇ ਕਿ ਫੋਰਸਫੁਲੀ ਇੰਡੀਆ ਹਾਊਸ ਦੇ ਕੋਲੋਂ ਉਹਨਾਂ ਦਾ ਇੰਡੀਅਨ ਫਲੈਗ ਲਾ ਕੇ ਉਸ ਥਾਂ ਤੇ ਇੱਕ ਜਿਹੜਾ ਜਿਹਨੂੰ ਪ੍ਰਚਾਰਿਆ ਜਾ ਰਿਹਾ ਕਿ ਇਹ ਇੱਕ ਸੈਪਰੇਟ ਲੈਂਡ ਦਾ ਫਲੈਗ ਆ, ਜਦ ਕਿ ਉਹ ਫਲੈਗ ਜਿਹੜਾ ਹੈਗਾ ਸਾਡੇ ਗੁਰਦੁਆਰਿਆਂ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਹਰ ਸਿੱਖ ਗੁਰਦੁਆਰੇ ਦੇ ਵਿੱਚ ਤਕਰੀਬਨ ਲੱਗਿਆ ਹੋਇਆ, ਕੁਛ ਡੇਰਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਗੁਰਦੁਆਰਾ ਸਾਹਿਬ ਤੇ ਸਾਡਾ ਨਿਸ਼ਾਨ ਸਾਹਿਬ ਆ, ਉੱਥੇ ਉਹਨੂੰ ਲਾਉਣਾ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਉੱਥੇ ਸ਼ੀਸ਼ੇ ਭੰਨੇ ਗਏ ਤੇ ਹੋਰ ਇਸ ਤਰ੍ਹਾਂ ਦੇ ਵਰਤਾਰੇ ਹੋਏ, ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਹੋਏ। ਉਸ ਦੇ ਨਾਲ ਜੋ ਪਿਕਚਰ ਉੱਭਰ ਕੇ ਆਉਂਦੀ ਆ, ਇੱਥੇ ਮੈਂ ਮਾਲਕਮ ਐਕਸ ਦੀਆਂ ਲਾਈਨਾਂ ਕੋਟ ਕਰਾਂਗਾ। ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਚੁਕੰਨੇ ਤੇ ਤੁਸੀਂ ਮਤਲਬ ਕਿ ਸਹੀ ਮਾਇਨੇ ਵਿੱਚ ਅਸੀਂ ਇੱਕ ਵਿਕਟਮ ਆ, ਸਿੱਖ ਕੌਮ ਬਹੁਤ ਲੰਮੇ ਚਿਰ ਤੋਂ ਸਟੇਟ ਰਿਪਰੈਸ਼ਨ ਦੀ ਤੇ ਸਟੇਟ ਆਪਰੇਟਸ ਦੀ ਵਿਕਟਮ ਆ, ਕਿਉਂਕਿ ਸਾਡੇ ਗ੍ਰੀਵੀਐਂਸਿਸ ਨੇ ਜਿਹੜੇ 1947 ਆਨਵਰਡਸ ਅੱਜ ਵੀ ਉਹ ਗ੍ਰੀਵੀਐਂਸਿਸ ਮੌਜੂਦ ਨੇ, ਜਿਹੜੇ ਕਿ ਇੰਡੀਅਨ ਗਵਰਨਮੈਂਟ ਨੇ ਐਡਰੈਸ ਨਹੀਂ ਕੀਤੇ। ਤੇ ਉਸ ਦੀ ਪੀੜਾ ਦੇ ਵਿੱਚ ਲੰਘਦੇ ਹੋਏ ਅਸੀਂ ਕਾਫੀ ਵੱਡੇ ਲੈਵਲ ਤੇ ਸਾਡੇ ਨਾਲ ਸਟੇਟ ਰਿਪਰੈਸ਼ਨ ਹੋਇਆ ਹੈਗਾ। ਉਹਨੇ ਮਾਲਕਮ ਐਕਸ ਨੇ ਲਿਖਿਆ ਸੀ ਵੀ ਜੇ ਤੁਸੀਂ ਚੁਕੰਨੇ ਨਾ ਰਹੇ ਤਾਂ ਅਖਬਾਰਾਂ ਤੁਹਾਨੂੰ ਉਹਨਾਂ ਲੋਕਾਂ ਨਾਲ ਨਫ਼ਰਤ ਕਰਨੀ ਸਿਖਾ ਦੇਣਗੀਆਂ ਜੋ ਲੁੱਟੇ ਜਾ ਰਹੇ ਨੇ, ਤੇ ਉਹਨਾਂ ਨਾਲ ਪ੍ਰੇਮ ਕਰਨ ਲਗਾ ਦੇਣਗੀਆਂ ਜਿਹੜੇ ਤੁਹਾਨੂੰ ਲੁੱਟ ਰਹੇ ਨੇ। ਕਿਉਂਕਿ ਜਿਹੜਾ ਇਹ ਵਰਤਾਰਾ ਵਾਇਲੈਂਟ ਪ੍ਰੋਟੈਸਟ ਦੇ ਰਾਹੀਂ ਹੋਇਆ, ਉਹਦੇ ਵਿੱਚ ਸਾਡੀ ਇੱਕ ਅਗਰੈਸ਼ਨ ਦਿਖਾਈ ਗਈ ਹੈ, ਰੈਦਰ ਕਿ ਅਸੀਂ ਆਪਣੀ ਵਿਕਟਮਹੁੱਡ ਦਾ ਪ੍ਰਦਰਸ਼ਨ ਕਰ ਸਕੀਏ ਕਿ ਸਾਡੇ ਨਾਲ ਪੰਜਾਬ ਨੂੰ ਇੱਕ ਇੰਡੀਵਿਜੂਅਲ ਦਾ ਨੈਰੇਟਿਵ ਲੈ ਕੇ, ਜਿਸ ਤਰ੍ਹਾਂ ਹੰਡਰਡਸ ਆਫ ਯੰਗ ਪੀਪਲ ਜਾਂ ਹੋਰ ਈਵਨ ਵੂਮੈਨ ਨੂੰ ਵੀ ਪੁਲਿਸ ਨੇ ਅਰੈਸਟ ਕੀਤਾ ਹੈਗਾ ਤੇ ਉਹਨਾਂ ਨੂੰ ਥਾਣਿਆਂ ਵਿੱਚ ਜਲੀਲ ਕੀਤਾ ਗਿਆ ਹੈ। ਉਹਦੇ ਵਿੱਚ ਛੋਟੇ ਛੋਟੇ ਬੱਚੇ ਵੀ ਨੇ ਜਿਹੜੇ ਕਿ 12ਵੀਂ ਜਮਾਤ ਦੇ ਨੇ ਜਾਂ 10ਵੀਂ ਜਮਾਤ ਦੇ ਨੇ, ਉਹ ਵੀ ਪੁਲਿਸ ਰਿਪਰੈਸ਼ਨ ਦਾ ਨਿਸ਼ਾਨਾ ਬਣੇ ਨੇ। ਇਹਦੇ ਨਾਲ ਲੋਕਾਂ ਸਿੱਖ ਕੌਮ ਦੇ ਵਿੱਚ ਉਹ ਭਾਵਨਾ ਦਾ ਡਰ ਪੈਦਾ ਹੋਇਆ ਕਿ ਇਸੇ ਤਰ੍ਹਾਂ ਦਾ ਵਰਤਾਰਾ ਸਾਡੇ ਨਾਲ ਜਦੋਂ ਵੁੱਡਰੋਸ ਆਪਰੇਸ਼ਨ ਹੋਇਆ ਸੀ ਆਫਟਰ ਦਾ ਇੰਡੀਅਨ ਆਰਮੀ ਅਟੈਕ ਔਨ ਦਰਬਾਰ ਸਾਹਿਬ ਇਨ ਜੂਨ 1984, ਉਸ ਤੋਂ ਬਾਅਦ ਇਹਨਾਂ ਨੇ ਪਿੰਡਾਂ ਦੇ ਵਿੱਚ ਇੰਡੀਅਨ ਆਰਮੀ ਨੇ ਬਹੁਤ ਵੱਡੇ ਲੈਵਲ ਤੇ ਸਰਚ ਆਪਰੇਸ਼ਨਸ ਚਲਾਏ ਸੀ। ਤੇ ਉਸ ਦੌਰਾਨ ਬਹੁਤ ਮਤਲਬ ਕਿ ਬਰੂਟੈਲਿਟੀ ਵੀ ਹੋਈ ਸੀ ਤੇ ਸਟੇਟ ਰਿਪਰੈਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਉਸੇ ਤਰ੍ਹਾਂ ਦਾ ਡਰ ਅੱਜ ਸਿੱਖ ਕੌਮ ਵਿੱਚ ਦੁਬਾਰਾ ਉੱਭਰਿਆ, ਜਿਸ ਨੂੰ ਕਿ ਪੰਜਾਬ ਪੁਲਿਸ ਨੇ ਇਹ ਜਿਹੜੇ ਆਪਣੇ ਢੰਗ ਤਰੀਕੇ ਨੇ, ਆਪਣਾ ਜਿਹੜਾ ਉਹਨਾਂ ਦਾ ਫੇਲੀਅਰ ਆ, ਜਿਹੜਾ 18 ਮਾਰਚ ਦਾ ਫੇਲੀਅਰ ਆ, ਉਸ ਦਾ ਜਿਹੜਾ ਗੁੱਸਾ ਹੈਗਾ ਇਹਨਾਂ ਨੇ ਸਿੱਖ ਕੌਮ ਦੇ ਆਵਾਮ ਤੇ ਉਹਦਾ ਮੁਜ਼ਾਹਰਾ ਕੀਤਾ ਹੈਗਾ। ਤੇ ਉਹਦੇ ਨਾਲ ਬੈਕ ਫੁਟਿੰਗ ਤੇ ਹੁਣ ਪੰਜਾਬ ਗਵਰਨਮੈਂਟ ਗਈ ਆ। ਜਿਸ ਤਰ੍ਹਾਂ ਕਿ ਕੱਲ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਆਪਣੀ ਇੱਕ ਕਲੋਜ਼ਡ ਡੋਰ ਵੀਡੀਓ ਰਾਹੀਂ
ਕਿਉਂਕਿ ਉਹ ਪਤਾ ਨਹੀਂ ਕਿਉਂ ਪਬਲਿਕ ਡੋਮੇਨ 'ਚ ਆਉਣ ਤੋਂ ਘਬਰਾਹਟ ਹੈ ਉਹਨਾਂ ਨੂੰ ਹੁੰਦੀ ਹੋਵੇ, ਕਿਉਂਕਿ ਹਮੇਸ਼ਾ ਉਹ ਚਾਰ ਦੀਵਾਰੀਆਂ ਦੀਆਂ ਬੁੱਕਲਾਂ ਦੇ ਵਿੱਚੋਂ ਆਪਣਾ ਕੋਈ ਜਿਹੜਾ ਅਹਿਮ ਮੈਸੇਜ ਹੁੰਦਾ, ਜਿਹੜਾ ਪੰਜਾਬ ਦੇ ਲੋਕਾਂ ਨੂੰ ਜਾਣਾ ਹੁੰਦਾ, ਉਹ ਇੱਕ ਆਪ ਹੀ ਘੁੱਟੇ ਹੋਏ ਮਾਹੌਲ ਵਿੱਚੋਂ ਦਿੰਦੇ ਨੇ, ਜਿਹਦੇ ਨਾਲ ਉਹਦਾ ਜੋ ਇੰਪ੍ਰੈਸ਼ਨ ਜਾਣਾ ਚਾਹੀਦਾ ਉਹ ਉਸ ਤੋਂ ਉਲਟ ਇੰਪ੍ਰੈਸ਼ਨ ਜਾਂਦਾ ਜਨਰਲ ਪਬਲਿਕ ਦੇ ਵਿੱਚ। ਇਸ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ, ਅਸੀਂ ਇਹਨੂੰ ਤਾਲਿਬਾਨ ਦੇ ਵੱਲੋਂ ਸਿਰਜਿਆ ਅਫਗਾਨਿਸਤਾਨ ਨਹੀਂ ਬਣਾਉਣਾ ਚਾਹੁੰਦਾ। ਮੈਂ ਠੀਕ ਹੈ, ਮੈਂ ਉਹਨਾਂ ਨਾਲ ਇਸ ਵਰਤਾਰੇ ਬਾਰੇ ਮੈਂ ਪਿਛਲੇ 6-7 ਮਹੀਨਿਆਂ ਤੋਂ ਇਹ ਇਸ਼ੂ ਉਠਾ ਰਿਹਾ ਸੀ ਕਿ ਜਿਹੜਾ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਸਟੇਟ ਵੱਲੋਂ, ਇਹ ਅਲਟੀਮੇਟਲੀ ਬੂਮਰੈਂਗ ਕਰੂਗਾ ਤੇ ਇਸ ਦੇ ਨਾਲ ਸਿੱਖ ਕੌਮ ਦੇ ਵਿੱਚ ਦੁਬਾਰਾ ਪੀੜ ਉੱਠੂਗੀ ਤੇ ਉਹਦਾ ਖਮਿਆਜਾ ਵੀ ਸਿੱਖ ਕੌਮ ਨੂੰ ਭੁਗਤਣਾ ਪਊਗਾ। ਕਿਉਂਕਿ ਉਹ ਕਹਿੰਦੇ ਹੁੰਦੇ ਨਾ ਵੀ ਲਮਹੋਂ ਨੇ ਜਿਹੜੀ ਖਤਾ ਕੀਤੀ ਹੁੰਦੀ ਉਹ ਸਦੀਆਂ ਤੱਕ ਦੂਸਰਿਆਂ ਨੂੰ ਹਟਾਉਣੀ ਪੈਂਦੀ ਆ। ਤੇ ਇਹ ਜਿਹੜੇ ਵਰਤਾਰਾ ਕਰਨ ਵਾਲੇ ਸੀ, ਇਹ ਚੀਜ਼ ਤੋਂ ਮੁਨਕਰ ਸੀ ਕਿ ਇਹਦੀ ਕੀ ਕੀਮਤ ਦੇਣੀ ਪੈਂਦੀ ਆ। ਮੈਂ ਕਬਰਸਤਾਨਾਂ 'ਚ ਉਹਨਾਂ ਲੋਕਾਂ ਦੀਆਂ ਕਬਰਾਂ ਵੀ ਦੇਖੀਆਂ ਜੋ ਆਪਣੇ ਹੱਕਾਂ ਦੀ ਖਾਤਰ ਇਸ ਲਈ ਨਹੀਂ ਸਨ ਲੜੇ ਕਿ ਕਿਧਰੇ ਮਾਰੇ ਹੀ ਨਾ ਜਾਣ। ਇਹਨਾਂ ਨੇ ਇਸ ਫਿਕਰਿਆਂ ਤੋਂ ਇਹਨਾਂ ਦਾ ਜਿਹੜਾ ਨੈਰੇਟਿਵ ਇੰਡੀਵਿਜੂਅਲ ਵੱਲੋਂ ਬੁਣਿਆ ਗਿਆ ਉਹ ਕੋਹਾਂ ਦੂਰ ਆ। ਉਸ ਨਾਲ ਆਪਾਂ ਇੱਕ ਮੇਅਰ ਮਜ਼ਾਕ ਦਾ ਪਾਤਰ ਬਣੇ ਆ। ਤੇ ਜਿਸ ਤਰ੍ਹਾਂ ਇਸ ਤੋਂ ਬਾਅਦ ਜੋ ਬਾਹਰ ਵੈਸਟਰਨ ਵਰਲਡ ਵਿੱਚ ਮਜ਼ਾਰੇ ਹੋਏ ਨੇ, ਇੱਕ ਸਿਵਲਾਈਜ਼ਡ ਨੇਸ਼ਨਸ ਦੇ ਵਿੱਚ ਉਹ ਰਹਿ ਰਹੇ ਨੇ, ਮੇਰੇ ਸਿੱਖ ਭੈਣ ਭਰਾ ਨੇ, ਉਹਨਾਂ ਨੂੰ ਜਿਸ ਤਰ੍ਹਾਂ ਵਰਤਾਰਾ ਕਰਨਾ ਚਾਹੀਦਾ ਸੀ ਤੇ ਉੱਥੋਂ ਦੀ ਮੈਂ ਲੀਡਰਸ਼ਿਪ ਨੂੰ ਰਿਸਪੌਂਸੀਬਲ ਮੰਨਦਾ ਕਿ ਕੀ ਆਪਾਂ ਆਪਣੇ ਜਿਹੜੇ ਦੁੱਖ ਆ, ਆਪਣੀਆਂ ਤਕਲੀਫਾਂ ਨੇ, ਕੀ ਆਪਾਂ ਇੰਡੀਅਨ ਐਮਬੈਸੀ ਦੀਆਂ ਸ਼ੀਸ਼ੇ ਭੰਨ ਕੇ ਜਾਂ ਉੱਥੇ ਇੱਕ ਗੁੰਡਾਗਰਦੀ ਦਾ ਵਿਖਾਵਾ ਕਰਕੇ ਕੀ ਉਸ ਨਾਲ ਆਪਾਂ ਆਪਣਾ ਮੈਸੇਜ ਕੀ ਸਿਵਲਾਈਜ਼ਡ ਵਰਲਡ ਨੂੰ ਜਿਸ ਤਰ੍ਹਾਂ ਕਿ ਆਪਣਾ ਮੈਸੇਜ ਜਾਣਾ ਚਾਹੀਦਾ ਕੀ ਆਪਾਂ ਉਹਨੂੰ ਦੇ ਸਕੇ ਹਾਂ ਕਿ ਆਪਾਂ ਇੱਕ ਨੈਗੇਟਿਵ ਪਬਲਿਸਿਟੀ ਦਾ ਸ਼ਿਕਾਰ ਹੋਏ ਹਾਂ। ਕਿਉਂਕਿ ਜੋ ਸੈਨ ਫਰਾਂਸਿਸਕੋ ਵਿੱਚ ਹੋਇਆ ਉਹਦੇ ਬਾਰੇ ਬੜਾ ਸੀਰੀਅਸ ਮਤਲਬ ਕਿ ਆਪਣਾ ਓਪੀਨੀਅਨ ਦਿੱਤਾ ਹੈਗਾ US ਦੀ ਐਡਮਿਨਿਸਟ੍ਰੇਸ਼ਨ ਨੇ। ਉਹਨਾਂ ਦੇ ਜਿਹੜੇ ਉਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਸਪੋਕਸਪਰਸਨਸ ਨੇ, ਉਹਨਾਂ ਨੇ ਬੜਾ ਹਾਰਡ ਹਿਟਿੰਗ ਮੈਸੇਜ ਦਿੱਤਾ ਹੈਗਾ ਕਿ ਅਸੀਂ ਇੱਦਾਂ ਦੀ ਵਿਜੀਲੈਂਟਿਜ਼ਮ ਤੇ ਹੋਲੀਗਨਿਜ਼ਮ ਨੂੰ ਹਰ ਇੱਕ ਤਰੀਕੇ ਨਾਲ ਨੱਥ ਪਾਵਾਂਗੇ। ਆਪਾਂ ਤਾਂ ਇੱਕ ਵਿਕਟਮ ਆ ਸਟੇਟ ਰਿਪਰੈਸ਼ਨ ਦਾ, ਲੰਮੇ ਚਿਰ ਤੋਂ ਸ਼ਿਕਾਰ ਆ ਸਿੱਖ ਕੌਮ, ਈਵਨ ਪੰਜਾਬ ਦੇ ਲੋਕ, ਕਿਉਂਕਿ ਸਾਡੀਆਂ ਹੱਕੀ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ। ਮੰਨਣੀਆਂ ਤਾਂ ਬਹੁਤ ਦੂਰ ਦੀ ਗੱਲ ਆ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਆਪਣੇ ਅੱਗੇ ਐਡੇ ਸੀਰੀਅਸ ਇਸ਼ੂਜ਼ ਪੰਜਾਬ ਅੱਗੇ ਖੜੇ ਨੇ, ਉਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਜਿਹੜੀ ਅਗਰੀਬਡ ਹੈਗਾ ਪੀਪਲ ਉਹ ਸਿੱਖ ਨੌਜਵਾਨੀ ਆ ਤੇ ਸਿੱਖ ਲੋਕ, ਸਿੱਖ ਕੌਮ ਦੇ ਜਿਹੜੇ ਹੈਗੇ ਆ ਉਹਨਾਂ ਨਾਲ ਜੁੜੇ ਹੋਏ ਸਿੱਖ ਕੌਮ ਨਾਲ ਜਿਹੜੇ ਉਹ ਲੋਕ ਨੇ, ਉਹਨਾਂ ਨੂੰ ਝੱਲਣਾ ਪੈ ਰਿਹਾ। ਕਿਉਂਕਿ ਈਵਨ ਸਾਡਾ ਦਰਿਆਈ ਪਾਣੀਆਂ ਦਾ ਜਿਹੜਾ ਇਸ਼ੂ ਖੜਾ ਸੁਪਰੀਮ ਕੋਰਟ ਦੇ ਵਿੱਚ, ਉਸ ਬਾਰੇ ਵੀ ਜੋ ਚਰਚਾ ਬਾਹਰ ਆ ਰਹੀ ਹੈ ਕਿ ਜਿਹੜਾ ਸਾਡਾ ਇਸ਼ੂ ਰਿਪੇਰੀਅਨ ਲਾਅ ਦਾ ਸੀਗਾ, ਉਸ ਬਾਰੇ ਆਪਾਂ ਆਪਣਾ ਪੱਖ ਰੱਖਣ ਦੇ ਵਿੱਚ ਸਕਸੈਸਿਵ ਗਵਰਨਮੈਂਟਸ ਨਾਕਾਮਯਾਬ ਰਹੀਆਂ ਨੇ। ਕਿਉਂਕਿ ਪਹਿਲੇ ਤਾਂ ਇਹ ਤੈਅ ਹੋਣਾ ਚਾਹੀਦਾ ਉਸ ਦੇ ਵਿੱਚ ਕਿ ਪਾਣੀ ਜਿਹੜੇ ਸਾਡੇ ਪੰਜਾਬ 'ਚ ਨੇ, ਇਹਦਾ ਹੱਕਦਾਰ ਕੌਣ ਆ, ਇਹਦਾ ਮਾਲਕ ਕੌਣ ਆ, ਉਹੀ ਚੀਜ਼ ਨਹੀਂ ਆਪਾਂ ਦੱਸ ਕੇ ਬਾਕੀ ਤਾਂ ਸੈਕੰਡਰੀ ਇਸ਼ੂਜ਼ ਨੇ ਕਿ ਕੀ ਅਸੀਂ ਦੂਸਰੀ ਸਟੇਟਸ ਨੂੰ ਪਾਣੀ ਦੇਣਾ ਜਾਂ ਨਹੀਂ ਦੇਣਾ। ਪਰ ਅਸੀਂ ਇਹ ਪੱਖ ਨੂੰ ਹੀ ਲੰਮੇ ਚਿਰ ਤੋਂ, ਜਦ ਦੀ ਸਤਲੁਜ ਯਮੁਨਾ ਲਿੰਕ ਕਨਾਲ ਦਾ ਇਸ਼ੂ ਆਇਆ, ਆਪਾਂ ਇਹ ਪੱਖ ਹੀ ਇੰਡੀਅਨ ਗਵਰਨਮੈਂਟ ਅੱਗੇ ਰੱਖ ਨਹੀਂ ਸਕੇ ਸੰਪੂਰਨਤਾ ਨਾਲ, ਜਿਹਦੇ ਨਾਲ ਕਿ ਇੰਡੀਅਨ ਗਵਰਨਮੈਂਟ ਪਹਿਲੇ ਇਹ ਤਾਂ ਦੱਸੇ ਕਿ ਜਿਹੜੇ ਸਾਡੇ ਪੰਜਾਬ 'ਚ ਦਰਿਆਵਾਂ ਦੇ ਪਾਣੀ ਆ ਉਹਦਾ ਅਸਲ ਮਾਲਕ ਕੌਣ ਆ। ਸੋ ਇਹ ਜਿਹੜੀ ਅਟਰ ਕਨਫਿਊਜ਼ਨ ਆਪਾਂ ਟਾਈਮ ਟੂ ਟਾਈਮ ਆਪਣੇ ਸਾਹਮਣੇ ਆਉਂਦੀ ਆ, ਇਹ ਲੀਡਰਸ਼ਿਪ ਦਾ ਜਿਹੜਾ ਡੀਪ ਵੈਕਿਊਮ ਆ, ਖਾਸ ਕਰਕੇ ਸਿੱਖ ਲੀਡਰਸ਼ਿਪ ਦੇ ਵਿੱਚ, ਚਾਹੇ ਉਹ ਸਾਡੀਆਂ ਸਿੱਖ ਇੰਸਟੀਟਿਊਸ਼ਨਸ ਨੇ, ਈਵਨ ਕਿ ਜਿਹੜੇ ਸਾਡੇ ਸੁਪਰੀਮ ਲੀਡਰ ਨੇ ਅਕਾਲ ਤਖਤ ਦੇ ਜਥੇਦਾਰ, ਉਹਨਾਂ ਦੇ ਵੀ ਜਿਹੜੀ ਬਾਹਰ ਪ੍ਰੈਸ 'ਚ ਸਟੇਟਮੈਂਟਸ ਆ ਰਹੀਆਂ ਨੇ ਜਾਂ ਉਹਨਾਂ ਦਾ ਵਰਤਾਰਾ ਆ ਰਿਹਾ, ਉਹਦੇ ਵਿੱਚ ਕੋਈ ਕਲੈਰਿਟੀ ਨਹੀਂ ਹੈਗੀ ਤੇ ਅਟਰ ਹੈਲਪਲੈਸਨੈਸ
ਤੇ ਕਨਫਿਊਜ਼ਨ ਹੈਗੀ ਆ। ਹੁਣ ਉਹਨਾਂ ਨੇ 27 ਤਰੀਕ ਨੂੰ ਇਕੱਤਰਤਾ ਸੱਦੀ ਹੈਗੀ ਆ, ਉਹ ਕੀ ਇਸ਼ੂਜ਼ ਉਹਨਾਂ ਨੇ ਡਿਲੀਬਰੇਟ ਕਰਨੇ ਨੇ, ਉਹਨਾਂ ਬਾਰੇ ਕੁਝ ਵੀ ਪਬਲਿਕ ਡੋਮੇਨ ਦੇ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਤੇ ਉਸ ਦੇ ਵਿੱਚ ਇਹਨਾਂ ਨੇ ਪਤਾ ਨਹੀਂ ਜਿਹੜੇ ਸੂਡੋ ਕਸਟੋਡੀਅਨਸ ਬਣੇ ਹੋਏ ਨੇ ਸਿੱਖ ਕੌਮ ਦੇ, ਉਹਨਾਂ ਲੋਕਾਂ ਨਾਲ ਹੀ ਇਹਨਾਂ ਨੇ ਵਿਚਾਰ ਚਰਚਾ ਕਰਨ ਦਾ ਇੱਕ ਢੰਗ ਤਰੀਕਾ ਅਪਣਾਇਆ, ਤਾਂ ਕਿ ਕਿਸੇ ਤਰ੍ਹਾਂ ਅਸੀਂ ਬੈਕਡੋਰ ਦੇ ਰਾਹੀਂ ਅਕਾਲੀ ਦਲ ਨੂੰ ਦੁਬਾਰਾ ਉਹਦੀ ਜਿਹੜੀ ਹੋਂਦ ਦੀ ਲੜਾਈ ਚੱਲ ਰਹੀ ਆ ਉਹਦੇ ਰਾਹੀਂ ਕਿਤੇ ਸਿਰਜਿਆ ਜਾ ਸਕੇ। ਜੀ, ਮੋਡਰੇਸ਼ਨ ਦੀ ਪੋਲਿਟਿਕਸ ਬਹੁਤ ਨੀਚੇ ਪੱਧਰ ਤੇ ਜਾ ਚੁੱਕੀ ਹੈ ਔਰ ਉਹਦੀ ਲੋੜ ਵੀ ਮਹਿਸੂਸ ਹੋ ਰਹੀ ਹੈ ਇਸ ਸਮੇਂ ਪੰਜਾਬ ਨੂੰ, ਕਿਉਂਕਿ ਜਿਸ ਤਰ੍ਹਾਂ ਅੰਮ੍ਰਿਤਪਾਲ ਦੇ ਨਾਲ ਜੁੜੇ ਹੋਏ ਖੁਲਾਸੇ ਹੋਏ ਨੇ ਕਿ ਉਹ ਆਪਣੀ ਇੱਕ AKF ਨਾਮਕ ਔਰ ਅੰਮ੍ਰਿਤਸਰ ਅਨੰਦਪੁਰ ਸਾਹਿਬ, ਮਾਫ ਕਰਨਾ, ਅਨੰਦਪੁਰ ਸਾਹਿਬ ਖਾਲਸਾ ਫੌਜ ਐਂਡ ਇਸੇ ਤਰ੍ਹਾਂ ਅੰਮ੍ਰਿਤਪਾਲ ਟਾਈਗਰ ਫੋਰਸ ਏਦਾਂ ਦੀਆਂ ਬਣਾ ਰਿਹਾ ਸੀ ਆਰਗੇਨਾਈਜੇਸ਼ਨਸ, ਹਥਿਆਰਬੰਦ ਡਾਲਰ ਵੀ ਛਾਪ ਰਿਹਾ ਸੀ ਖਾਲਿਸਤਾਨ ਦੇ, ਔਰ ਪੰਜਾਬ ਨੂੰ ਤੋੜ ਕੇ ਬਦਲ ਕੇ ਖਾਲਿਸਤਾਨ ਬਣਾਉਣ ਲਈ ਅਲੱਗ-ਅਲੱਗ ਰਿਆਸਤਾਂ ਦੇ ਪ੍ਰਪੋਜ਼ਡ ਲੋਗੋ ਐਂਡ ਆਲ ਦੈਟ ਵੀ ਕੀਤਾ ਹੋਇਆ ਸੀ। ਏਦਾਂ ਦਾ ਇੱਕ ਤਮਾਸ਼ਾ ਜਗਜੀਤ ਸਿੰਘ ਚੌਹਾਨ ਨੇ ਵੀ ਕੀਤਾ ਸੀ, ਸੋ ਆਪਾਂ ਇਹਦੇ ਵਿੱਚ ਨਾ ਉਲਝਾਂਗੇ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਸਰ, ਬੇਸਿਕਲੀ ਮੇਰਾ ਇੱਕ ਓਪੀਨੀਅਨ ਹੈ, ਮੈਂ ਵਿੱਚ ਰੱਖਣਾ ਚਾਹੁੰਦੀ ਹਾਂ ਕਿ ਖਾਲਿਸਤਾਨ ਦਾ ਏਜੰਡਾ ਜਿਹੜਾ ਹੈ, ਇਹਦੇ 'ਚ ਕਈ ਤਰ੍ਹਾਂ ਦੇ ਖਾਲਿਸਤਾਨ ਦੇ ਲੀਡਰ ਨੇ, ਰਿਫਰੈਂਡਮ ਵਾਲੇ ਨੇ, ਵਿਦੇਸ਼ਾਂ 'ਚ ਕਰ ਰਹੇ ਨੇ, ਔਰ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਆਇਆ ਸੀ। ਪਰ ਅੰਮ੍ਰਿਤਪਾਲ ਰਿਫਰੈਂਡਮ ਵਾਲਿਆਂ ਦੀ ਸਪੋਰਟ ਦੇ ਵਿੱਚ ਕਦੀ ਵੀ ਨਹੀਂ ਸੀਗਾ, ਔਰ ਇਹ ਵੀ ਹੋ ਸਕਦਾ ਹੈ ਕਿ ਵਿਦੇਸ਼ਾਂ 'ਚ ਬੈਠੇ ਹੋਏ ਸਿੱਖਾਂ ਦੀਆਂ ਜਿਹੜੀਆਂ ਇਸ ਵੈਕਿਊਮ ਜਿਹੜਾ ਇਮੋਸ਼ਨਸ ਜਗਾਏ ਨੇ ਇੱਕ ਤਰ੍ਹਾਂ ਦੇ, ਉਸ ਇਮੋਸ਼ਨਲ ਕੰਟੈਕਸਟ ਦੇ ਵਿੱਚ ਉਹਨਾਂ ਦੀਆਂ ਭਾਵਨਾਵਾਂ ਨੂੰ ਵਰਤ ਰਹੇ ਹੋਣ ਉਹ ਲੋਕ ਆਪਣੇ ਪੱਖ ਦੇ ਵਿੱਚ ਸ਼ੈਮ ਪ੍ਰੋਪਾਗੈਂਡਾ ਜਿਹੜਾ ਰਿਫਰੈਂਡਮ ਦਾ ਆ ਉਹਨੂੰ ਪੂਰਾ ਕਰਨ ਦੇ ਲਈ, ਮਜ਼ਬੂਤ ਕਰਨ ਦੇ ਲਈ, ਸੋ ਇੱਥੇ ਡਾਇਸਪੋਰਾ ਨੂੰ ਬਹੁਤ ਹੀ ਸੋਚ ਸਮਝ ਕੇ ਆਪਣੇ ਹਰ ਗੱਲ ਔਰ ਹਰ ਸਟੇਟਮੈਂਟ ਔਰ ਹਰ ਸਾਥ ਜਿਹੜਾ ਉਹ ਦੇਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਜਿਹੜੇ ਅੱਜ ਅੰਮ੍ਰਿਤਪਾਲੀ ਧਰਨੇ ਲਾ ਰਹੇ ਨੇ ਇਹ ਪਿਛਲੇ ਸਮੇਂ 'ਚ ਅਰੈਸਟ ਦੇ ਇਸ ਪੂਰੇ ਆਪਰੇਸ਼ਨ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਬਿਲਕੁਲ ਵਿਰੋਧੀ ਲੋਕ ਸਨ। ਸਰ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਜੀਓਪੋਲਿਟੀਕਲ ਰੈਮੀਫਿਕੇਸ਼ਨਸ ਕੀ ਹੋ ਸਕਦੀਆਂ ਨੇ, ਕਿਉਂਕਿ ਯੂਕਰੇਨ ਰਸ਼ੀਆ ਵਾਰ ਤੋਂ ਬਾਅਦ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੇ ਨਾਲ ਦੇਸ਼ਾਂ ਦੇ ਆਪਸੀ ਸਬੰਧ ਔਰ ਦੋ ਖੇਮੇ ਇੱਕ ਤਰ੍ਹਾਂ ਦੇ ਫਿਰ ਨਜ਼ਰ ਆ ਰਹੇ ਨੇ, ਜਿੱਥੇ ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮਰੀਕਾ ਹੈ। ਕੀ ਕੋਈ ਏਦਾਂ ਦਾ ਸੰਦਰਭ ਜਾਂ ਕੋਈ ਏਦਾਂ ਦੀਆਂ ਰੈਮੀਫਿਕੇਸ਼ਨਸ ਵੀ ਆਪਾਂ ਨੂੰ ਅੱਗੇ ਨਿਕਲ ਕੇ ਆ ਸਕਦੀਆਂ ਨੇ? ਤਾਂ ਨਾ ਇਕਬਾਲ ਬਹੁਤ ਨਾਮੀ ਸ਼ਾਇਰ ਹੋਏ ਨੇ, ਪੋਇਟ ਵੀ ਹੋਏ ਨੇ, ਉਹਨਾਂ ਨੇ ਕਿਹਾ ਸੀ ਕਿ ਬਹੁਤ ਸ਼ੌਕ ਸੇ ਸੁਨ ਰਹਾ ਥਾ ਜਮਾਨਾ ਹਮਾਰਾ, ਹਮ ਹੀ ਸੌ ਗਏ ਦਾਸਤਾਂ ਕਹਿਤੇ ਕਹਿਤੇ, ਕਿ ਹੁਣ ਸਾਡਾ ਇੱਕ ਹਾਂ ਪੱਕੀ ਸਿੱਖ ਕੌਮ ਦੇ ਇਸ਼ੂਜ਼ ਨੂੰ ਵੈਸਟਰਨ ਵਰਲਡ 'ਚੋਂ ਹੰਗਾਰਾ ਮਿਲ ਰਿਹਾ ਸੀ। ਜਦ ਦਾ ਫਾਰਮਰਸ ਪ੍ਰੋਟੈਸਟ ਚੱਲਿਆ ਹੈਗਾ ਉਸ ਦੇ ਦੌਰਾਨ, ਤੇ ਉਸ ਤੋਂ ਬਾਅਦ ਵੀ ਜੋ ਵਰਤਾਰਾ ਆਇਆ ਸੀਗਾ, ਇੱਕ ਪੋਜ਼ਿਟਿਵ ਇਮੇਜ ਡਿਵੈਲਪ ਹੋਈ ਸੀ, ਪਰ ਅਸੀਂ ਉਸ ਇਮੇਜ ਨੂੰ ਕਲਟੀਵੇਟ ਨਹੀਂ ਕਰ ਸਕੇ। ਇਹ ਸਾਡਾ ਦਿਖਾਂਤ 1984 ਤੋਂ ਬਾਅਦ ਵੀ ਰਿਹਾ ਹੈਗਾ ਕਿ ਉਦੋਂ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਿੱਖ ਲੀਡਰਸ਼ਿਪ ਸੀਗੀ ਉਹ ਇੱਕ ਹੌਲੋਨੈਸ ਤੇ ਫੋਕੇ ਦਾਅਵਿਆਂ ਦਾ ਸ਼ਿਕਾਰ ਸੀ। ਉਹਨਾਂ ਨੇ ਉਹ ਐਂਗਲ ਬੁਣਨੇ ਚਾਹੇ ਜਿਹੜੇ ਕਿ ਅਸੀਂ ਉਹਨਾਂ ਐਂਗਲਸ ਦੇ ਵਿੱਚ ਸਾਨੂੰ ਇੱਕ ਤਰ੍ਹਾਂ ਨਾਲ ਉਲਝਾ ਲਿਆ। ਜੋ ਸਾਡਾ 1967 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਮੈਨੀਫੈਸਟੋ ਰੱਖਿਆ ਸੀਗਾ ਆਫਟਰ ਪੰਜਾਬੀ ਸੂਬੇ ਦਾ ਜਿਹੜਾ ਮੋਰਚਾ, ਜਿਹੜਾ ਕਿ ਅਧੂਰੀ ਜਿੱਤ ਹੋਈ ਸੀ, ਉਸ ਤੋਂ ਬਾਅਦ ਜੋ ਨੈਰੇਟਿਵ ਇਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਲਿਆਂਦਾ ਸੀ, ਉਹਦੇ ਵਿੱਚ ਆਰਟੀਕਲ 370 ਵਾਂਗ ਇੱਕ ਮੰਗ ਰੱਖੀ ਗਈ ਸੀ ਕਿ ਪੰਜਾਬ ਨੂੰ ਆਰਟੀਕਲ 317 ਦੇ ਅਧੀਨ ਜੋ ਪਾਵਰ ਸਾਨੂੰ ਖੁਦ ਮੁਖਤਿਆਰੀ ਦੀਆਂ ਮਿਲਣੀਆਂ ਚਾਹੀਦੀਆਂ ਸੀ, ਉਹ ਸਾਡਾ ਨਿਸ਼ਾਨਾ ਹੋਊਗਾ ਜੇ ਸ਼੍ਰੋਮਣੀ ਅਕਾਲੀ ਦਲ ਪਾਵਰ ਚਾਹੁੰਦਾ। ਉਸ ਦੇ ਰਾਹੀਂ ਸਾਨੂੰ ਆਪਣੀ ਇੱਕ ਆਇਡੈਂਟੀਟੀ ਮਿਲਣੀ ਸੀ, ਸਾਨੂੰ ਸਾਡਾ ਫਲੈਗ ਮਿਲਣਾ ਸੀ, ਸਾਨੂੰ ਸਾਡਾ ਕਨਸਟੀਟਿਊਸ਼ਨ ਅਸੀਂ ਆਪਣਾ ਬਣਾ ਸਕਦੇ ਸੀ, ਜਿਸ ਤਰ੍ਹਾਂ ਦਾ ਹੁਣ ਨਾਗਾਲੈਂਡ ਦੇ ਲੋਕਾਂ ਦੀ ਮੰਗ ਆ, ਤੇ ਜਿਹਦੇ ਬਾਰੇ ਫਰੇਮਵਰਕ ਐਗਰੀਮੈਂਟ ਸਾਈਨ ਵੀ ਹੋਇਆ 2015 ਦਾ। ਉਹਨੂੰ ਹਜੇ ਮੁਕੰਮਲਤਾ ਹਜੇ ਦੇਣ ਦੇ ਵਿੱਚ ਡਿਲੀਬਰੇਸ਼ਨਸ ਚੱਲ ਰਹੀਆਂ ਨੇ। ਉਹਦੇ ਵਿੱਚ ਨਾਗਾ ਜਿਹੜੇ ਆਵਾਮ ਹੈਗਾ, ਉਹਨਾਂ ਦੀ ਡੈਲੀਗੇਸ਼ਨ ਆ, ਉਹਦੇ 'ਚ ਸਮੁੱਚੀਆਂ ਜਿਹੜੀਆਂ ਧਿਰਾਂ ਨੇ ਨਾਗਾਲੈਂਡ ਦੇ ਵਿੱਚ ਵਿਚਰ ਰਹੀਆਂ, ਉਹ ਉਸ ਡੈਲੀਗੇਸ਼ਨ ਦਾ ਹਿੱਸਾ ਨੇ, ਤੇ ਉਹਨਾਂ ਦੀਆਂ ਔਨ ਗੋਇੰਗ ਡਿਸਕਸ਼ਨਸ ਇੰਡੀਅਨ ਗਵਰਨਮੈਂਟ, ਇੰਡੀਅਨ ਹੋਮ ਮਿਨਿਸਟਰੀ ਨਾਲ ਚੱਲ ਰਹੀਆਂ ਨੇ।
ਤੇ ਉਹਨਾਂ ਨੇ ਇੰਟਰਲੋਕੂਟਰ ਵੀ ਲਾਏ ਹੋਏ ਨੇ ਜਿਹੜੇ ਇੰਡੀਅਨ ਗਵਰਨਮੈਂਟ ਨੂੰ ਰੈਪਰੈਜ਼ੈਂਟ ਕਰ ਰਹੇ ਨੇ। ਪਰ ਉਹ ਜਿਹੜਾ ਸਾਡਾ ਨਿਸ਼ਾਨਾ ਸੀ 1967 ਦਾ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਅਸੀਂ ਅੱਗੇ ਚੱਕਣਾ ਸੀ ਤਾਂ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਬੁਰੀ ਤਰ੍ਹਾਂ ਫੇਲ ਹੋਇਆ। ਮੈਂ ਹੁਣ ਵੀ ਚਾਹਾਂਗਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਇਹਨਾਂ ਨੂੰ ਵਾਪਸ ਜਾ ਕੇ ਆਪਣੇ ਉਸ ਨੈਰੇਟਿਵ ਤੇ ਝਾਤ ਮਾਰਨੀ ਚਾਹੀਦੀ ਆ, ਜਿਹਦੇ ਰਾਹੀਂ ਅਸੀਂ ਆਪਣਾ ਇੱਕ ਕੋਈ ਗੋਲ ਤਾਂ ਮਿਲ ਸਕੀਏ ਨਾ ਕਿ ਸਾਡਾ ਅਸਲ ਨਿਸ਼ਾਨਾ ਕੀ ਹੈ ਸਿੱਖ ਕੌਮ ਦਾ। ਕਿਉਂਕਿ ਇੱਕ ਪੋਲੀਟੀਕਲ ਸਾਰਿਆਂ ਨਾਲੋਂ ਮੇਨ ਅਹਿਮ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ, ਜਿਹੜੀ ਕਿ ਸਿੱਖ ਕੌਮ ਦੇ ਪੋਲੀਟੀਕਲ ਇੰਟਰਸਟ ਨੂੰ ਇੱਕ ਤਰ੍ਹਾਂ ਨਾਲ ਗਾਰਡ ਵੀ ਕਰਦੀ ਹੈਗੀ ਆ ਤੇ ਉਹਦੇ ਕਸਟੋਡੀਅਨਸ ਵੀ ਨੇ। ਪਰ ਇਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਯੂ ਹੈਵ ਟੂ ਹੈਵ ਅ ਸੈਂਸ ਆਫ ਹਿਸਟਰੀ ਟੂ ਬੀ ਏਬਲ ਟੂ ਹੈਵ ਅ ਸੈਂਸ ਆਫ ਡੈਸਟਨੀ। ਜੇ ਆਪਣਾ ਕੋਈ ਭਵਿੱਖ ਚੁਣਨਾ ਤਾਂ ਪਹਿਲੇ ਆਪਣੀ ਹਿਸਟਰੀ ਤੇ ਦੁਬਾਰਾ ਝਾਤ ਮਾਰਨੀ ਪਊਗੀ। ਇਹ ਇੱਕ ਬੜਾ ਈਡੀਅਮ ਹੈਗਾ ਇੰਗਲਿਸ਼ ਦਾ, ਜਿਹਦੇ ਬਾਰੇ ਮੈਂ ਚਾਹੂੰਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਰੀਲੁੱਕ ਕਰਨਾ ਚਾਹੀਦਾ। ਕਿਉਂਕਿ ਜਿਹੜੀ ਕਨਫਿਊਜ਼ਨ ਹੌਲੋਨੈਸ ਨੈਰੇਟਿਵਸ ਦੇ ਨਾਲ ਬੁਣੀ ਜਾ ਰਹੀ ਹੈ ਸਿੱਖ ਕੌਮ ਅੱਗੇ, ਉਸ ਕਨਫਿਊਜ਼ਨ ਵਿੱਚੋਂ ਸਿੱਖ ਆਵਾਮ ਨੂੰ ਕੱਢਣ ਲਈ ਸਾਰਿਆਂ ਨਾਲੋਂ ਅਹਿਮ ਉਪਰਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਪਊਗਾ ਤੇ ਇਸ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ। ਤੇ ਥਰਡ ਜਿਹੜਾ ਪਾਵਰ ਸੈਂਟਰ ਆ ਉਹ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੇ ਇਸੇ ਤਰ੍ਹਾਂ ਜਿਵੇਂ ਹਰਿਆਣੇ 'ਚ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ, ਦਿੱਲੀ 'ਚ ਬਣੀ ਹੋਈ ਆ, ਤੇ ਉਹਨਾਂ ਨੂੰ ਵੀ ਕੰਸਲਟੇਸ਼ਨਸ ਦੇ ਵਿੱਚ ਲਿਆਉਣਾ ਪਊਗਾ ਤਾਂ ਕਿ ਇੱਕ ਆਪਾਂ ਸੰਪੂਰਨ ਕੋਈ ਨਿਸ਼ਾਨਾ ਤਾਂ ਬਣੀ ਹੈ ਨਾ, ਜਿਹਦੇ ਰਾਹੀਂ ਫਿਰ ਰੋਡ ਮੈਪ ਤਿਆਰ ਕਰਕੇ ਜਿਹੜੀ ਲੰਮੇ ਚਿਰ ਤੋਂ ਆਪਣੇ ਮਨਾਂ ਦੇ ਵਿੱਚ ਇੰਨੀ ਕਨਫਿਊਜ਼ਨ ਆ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਪਹਿਲਾ ਮੋਸਟ ਸਿਗਨੀਫਿਕੈਂਟ ਸਟੈਪ ਆ ਕਿ ਉਸ ਕਨਫਿਊਜ਼ਨ ਨੂੰ ਦੂਰ ਕੀਤਾ ਜਾ ਸਕੇ। ਜੀ, ਸਿੱਖ ਕਮਿਊਨਿਟੀ ਨੂੰ ਇੱਕ ਤਰ੍ਹਾਂ ਦੇ ਨਾਲ ਆਪ ਹੁਦਰੇਪਨ ਵਾਲੇ, ਬੁਰਸ਼ਾਗਰਦੀ ਵਾਲੇ, ਹਰ ਟਾਈਮ ਹੁੱਲੜਬਾਜ਼ੀ ਕਰਨ ਵਾਲੇ ਹੀ ਪ੍ਰੈਜ਼ੈਂਟ ਇਹ ਕੀਤਾ ਜਾ ਰਿਹਾ ਔਰ ਇਸ ਛਵੀ ਚੋਂ ਹੁੱਲੜਬਾਜ਼ੀ ਤੇ ਮੈਂ ਕਹਿਣਾ ਚਾਹੁੰਦਾ, ਦਰਦ ਤੋਂ ਅਕੇਲੇ ਹੀ ਸਹਿਤ ਹੈ ਸਭੀ, ਦਰਦ ਤੋਂ ਅਕੇਲੇ ਹੀ ਸਹਿਤ ਹੈ ਸਭੀ, ਭੀੜ ਤੋਂ ਬਸ ਫਰਜ਼ ਅਦਾ ਕਰਦੀ ਹੈ। ਭੀੜ ਤੇ ਰਾਹੀਂ ਸਿਰਜੇ ਗਏ ਨੈਰੇਟਿਵ ਹਮੇਸ਼ਾ ਤੁਹਾਡੇ ਲਈ ਹੋਰ ਡੰਗਿਆਈਆਂ ਪੁੱਟਦੇ ਨੇ, ਕੋਈ ਤੁਹਾਡੇ ਲਈ ਬ੍ਰਿਜ ਨਹੀਂ ਬਣਾਉਂਦੇ। ਬਹੁਤ ਖੂਬ ਸਰ। ਸਵਾਲ ਤਾਂ ਪੰਜਾਬ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੇ ਬਹੁਤ ਕੀਤੇ ਜਾ ਸਕਦੇ ਨੇ, ਪਰ ਜਿਸ ਤਰ੍ਹਾਂ ਇਹ ਮੀਡੀਆ ਨੂੰ ਗੈਗ ਕੀਤਾ ਗਿਆ, ਜਿਸ ਤਰ੍ਹਾਂ ਇੰਟਰਨੈਟ ਸ਼ਟ ਡਾਊਨ ਕਰ ਦਿੱਤਾ ਗਿਆ, ਲੋਕਾਂ ਨੂੰ ਬਿਲਕੁਲ ਚੁੱਪ ਕਰਾ ਦਿੱਤਾ ਗਿਆ, ਇਹ ਇੱਕ ਰਿਪਰੈਸ਼ਨ ਦੀ ਨਿਸ਼ਾਨੀ ਹੈ। ਪਰ ਐਟ ਦ ਸੇਮ ਟਾਈਮ ਸਰ ਮੈਨੂੰ ਲੱਗਦਾ ਇਸ ਚੀਜ਼ ਨੂੰ ਵੀ ਜਾਨਣਾ ਬਹੁਤ ਜ਼ਰੂਰੀ ਹੈ ਕਿ ਅੰਮ੍ਰਿਤਪਾਲ ਵਰਗੇ ਕਲਟ ਲੀਡਰ ਜਦੋਂ ਆਏ, ਉਹ ਬਣੇ ਵੀ ਸੋਸ਼ਲ ਮੀਡੀਆ ਦੇ ਸਹਾਰੇ ਹੀ ਸੀ। ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੀਆਂ ਸਪੋਰਟ ਉਹ ਅੰਮ੍ਰਿਤਪਾਲ ਦੇ ਨਾਲ ਧਰਾਤਲ ਤੇ ਕੋਈ ਸਪੋਰਟ ਐਡੀ ਵੱਡੇ ਪੱਧਰ ਦੀ ਨਹੀਂ ਸੀ। ਸਿਰਫ ਅੰਮ੍ਰਿਤ ਪ੍ਰਚਾਰ ਔਰ ਡਰੱਗਸ ਛਡਾਉਣ ਵਾਲੇ ਮਸਲੇ ਤੇ ਲੋਕ ਉਹਦੇ ਨਾਲ ਜੁੜਦੇ ਸੀ, ਦਿਲ ਤੋਂ ਜੁੜਦੇ ਸੀ। ਪਰ ਉਹ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਗਿਆ, ਸੋ ਉਹਨੂੰ ਕਰਟੇਲ ਕਰਨ ਦੇ ਲਈ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਬੈਨ ਜਿਹੜਾ ਉਹ ਜਾਇਜ਼ ਵੀ ਲੱਗਦਾ ਹੈ। ਪਰ ਉਦਾਂ ਦੇ ਪੱਤਰਕਾਰਾਂ ਨੂੰ ਵੀ ਗੈਗ ਕਰਤਾ ਗਿਆ, ਉਹਨਾਂ ਦੀਆਂ ਵੌਇਸਸ ਮਫਲਡ ਕਰ ਦਿੱਤੀਆਂ ਗਈਆਂ, ਜਿਹੜੇ ਬਿਲਕੁਲ ਵੀ ਆਪਣੇ ਜਰਨਲਿਸਟਿਕ ਐਥਿਕਸ ਤੋਂ ਬਾਹਰ ਜਾ ਕੇ ਕੋਈ ਵੀ ਪੱਤਰਕਾਰੀ ਨਹੀਂ ਸੀ ਕਰ ਰਹੇ, ਜਿਨ੍ਹਾਂ ਨੇ ਬਹੁਤ ਵਧੀਆ ਰਿਪੋਰਟਸ ਜਿਹੜੀਆਂ ਨੇ, ਜੈਨੂਇਨ ਪੱਤਰਕਾਰੀ ਜਿਹੜੇ ਸਾਰੀ ਇਨਫੋਰਮੇਸ਼ਨ ਲੋਕਾਂ ਸਾਹਮਣੇ ਰੱਖ ਰਹੇ ਸੀ। ਸਰ ਮੈਂ ਇਹਦੇ ਨਾਲ ਹੀ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਸਰ, ਜੋ ਕਿ ਅੱਜ ਦਾ ਸਭ ਤੋਂ ਪ੍ਰਮੁੱਖ ਮਸਲਾ ਹੈ ਔਰ ਸਾਡੇ ਭਵਿੱਖ ਦੇ ਵੱਲ ਨੂੰ ਵੇਖ ਕੇ ਇਹ ਸਵਾਲ ਮੈਂ ਕੱਢਿਆ ਹੈ ਸਰ, ਕਿ ਅਗਰ ਅੰਮ੍ਰਿਤਪਾਲ ਅਰੈਸਟ ਨਹੀਂ ਹੁੰਦਾ, ਕਿਉਂਕਿ ਲਾਸਟ ਲੋਕੇਸ਼ਨ ਉਹਦੀ 20 ਤਰੀਕ ਦੀ ਆ ਰਹੀ ਹੈ ਔਰ ਕਿੰਨੇ ਦਿਨ ਨਿਕਲ ਚੁੱਕੇ ਨੇ, ਪੁਲਿਸ ਉਹਨੂੰ ਟਰੈਕ ਨਹੀਂ ਕਰ ਪਾਈ। ਅਗਰ ਅੰਮ੍ਰਿਤਪਾਲ ਅਰੈਸਟ ਨਹੀਂ ਹੁੰਦਾ ਤਾਂ ਇਹਦੇ ਕੀ ਸਿੱਟੇ ਸਾਨੂੰ ਭੁਗਤਣੇ ਪੈ ਸਕਦੇ ਨੇ, ਕਿੱਦਾਂ ਦੇ ਸਿਨੈਰੀਓਜ਼ ਇਮਰਜ ਹੋ ਕੇ ਆ ਸਕਦੇ ਨੇ? ਮੈਂ ਇਹ ਸਵਾਲ ਤਾਂ ਪੁੱਛ ਰਹੀ ਹਾਂ ਕਿਉਂਕਿ ਪੰਜਾਬ ਦਾ ਇਤਿਹਾਸ ਹੈ ਜੀ, ਗੁਰਦੁਆਰਿਆਂ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ, ਆਪਣਾ ਕਬਜ਼ਾ ਜਮਾ ਲੈਂਦੇ ਨੇ ਔਰ ਮੁੜ ਕੇ ਪੁਲਿਸ ਗੁਰਦੁਆਰੇ 'ਚ ਉਹਨਾਂ ਨੂੰ ਅਰੈਸਟ ਕਰਨ ਜਾਂਦੀ ਹੈ ਤਾਂ ਇੱਕ ਬਹੁਤ ਵੱਡਾ ਮਸਲਾ ਦਿਖਾਇਆ ਜਾਂਦਾ, ਇਹਨੂੰ ਫਿਰ ਧਰਮ ਦੀ ਬੇਅਦਬੀ ਕਿਹਾ ਜਾਂਦਾ ਹੈ। ਕੀ ਸਿਨੈਰੀਓਜ਼, ਕੀ ਹਾਈਪੋਥੈਸਿਸ ਤੁਹਾਨੂੰ ਲੱਗਦਾ ਹੈ ਕਿ ਕੀ ਬਣਾਉਂਦੇ ਹੋ ਤੁਸੀਂ, ਕੀ ਵਿਚਾਰ ਰੱਖਦੇ ਹੋ ਸਰ? ਪਹਿਲੇ ਤਾਂ ਮੈਂ ਤੁਹਾਡਾ ਨਾ ਉਹ ਐਡਰੈਸ ਕਰਦਾ ਕਿ ਜਿਹੜਾ ਗੈਗ ਕੀਤਾ ਜਾ ਰਿਹਾ ਸਰਟਨ ਇੰਡੀਵਿਜੂਅਲਸ ਨੂੰ,
ਜਿਹੜੇ ਕਿ ਕੋਈ ਪੋਜ਼ਿਟਿਵ ਨੈਰੇਟਿਵ ਰੱਖਦੇ ਨੇ। ਉਹਨਾਂ ਵਿੱਚ ਮੇਰਾ ਇੱਕ ਨਿੱਜੀ ਦੋਸਤ ਮਲਵਿੰਦਰ ਮਾਲੀ ਵੀ ਇਸ ਨੈਰੇਟਿਵ ਦਾ ਸ਼ਿਕਾਰ ਹੋਇਆ। ਉਹਦਾ ਫੇਸਬੁੱਕ ਅਕਾਊਂਟ, ਉਹਦੇ ਹੋਰ ਅਕਾਊਂਟਸ ਤੇ ਮਤਲਬ ਕਿ ਉਹਨੂੰ ਪਾਬੰਦੀ ਲਾਈ ਜਾ ਰਹੀ ਆ। ਇਸ ਤਰ੍ਹਾਂ ਹੋਰ ਵੀ ਕਈ ਨਾਮਵਾਰ ਜਿਹੜੇ ਹੈਗੀਆਂ ਵੌਇਸਿਸ ਨੇ ਸਿੱਖ ਕੌਮ ਦੇ ਅੰਦਰ ਤੇ ਪੰਜਾਬ ਦੇ ਵਿੱਚ, ਤੇ ਪੰਜਾਬ ਨਾਲ ਰਿਲੇਟਡ ਈਵਨ ਵੈਸਟਰਨ ਵਰਲਡ ਦੇ ਵਿੱਚ ਨੇ। ਜਿਵੇਂ ਕਿ ਇੱਕ ਕੈਨੇਡਾ ਦਾ ਪ੍ਰਮੁੱਖ ਸਿੱਖ ਲੀਡਰ NDP ਪਾਰਟੀ ਦੇ ਜਗਮੀਤ ਸਿੰਘ ਨੇ। ਇਸ ਤਰ੍ਹਾਂ ਬਹੁਤ ਜਣਿਆਂ ਦੇ ਈਵਨ ਉੱਥੋਂ ਦੇ ਮੈਂਬਰ ਪਾਰਲੀਮੈਂਟਸ ਦੇ ਜਿਹੜੇ ਅਕਾਊਂਟਸ ਨੇ ਉਹਨਾਂ ਤੇ ਪਾਬੰਦੀਆਂ ਲਾਈਆਂ ਗਈਆਂ ਨੇ। ਇਹ ਪਰ ਮੈਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਸੱਚ को खरीदने की हैसियत है किसमें, सच को खरीदने की हैसियत है किसमें, नीयत सीरत सच्चाई के सौदे नहीं हुआ करते। ਇਹਨਾਂ ਦੇ ਸੌਦੇ ਨਹੀਂ ਕਦੀ ਹੁੰਦੇ। ਦੂਸਰਾ ਜਿਹੜਾ ਹੈਗਾ ਕਿ ਇਸ ਬਰਤਾਂਤ ਦੀ ਸਾਰਿਆਂ ਨਾਲੋਂ ਵੱਡੀ ਫਾਲ ਆਊਟ ਹੋਣੀ ਆ ਜਿਹੜਾ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦਾ ਰਿਲੀਜ਼ ਦਾ ਇਸ਼ੂ ਸੀਗਾ। ਇਹ ਜਿਹੜੇ ਉਸ ਮੋਰਚੇ 'ਚ ਬੈਠੇ ਨੇ ਲੀਡਰਸ਼ਿਪ ਆ, ਉਹਨਾਂ ਨੂੰ ਇਸ ਬਾਰੇ ਸਮਝਣਾ ਚਾਹੀਦਾ ਕਿ ਇਸ ਵਰਤਾਰੇ ਦੀਆਂ ਕਿੰਨੀਆਂ ਡੀਪ ਰੂਟਡ ਰੈਮੀਫਿਕੇਸ਼ਨਸ ਨੇ। ਉਹ ਜਿਹੜੀ ਹੈਗੀ ਆ ਉਸ ਚੀਜ਼ ਦਾ ਕਿਤੇ ਇਸ ਤਰ੍ਹਾਂ ਨਾ ਹੋਵੇ कि अक्सर खाली हाथ ही लौटा हूँ तेरे दर से, ए खुदा पहले हैसियत ना थी अब ख्वाहिश ना रही। भी हुण शायद सरकार दी पहले भी कोई नीयत नहीं सी, हुण तां उन्हां कोले बहुत वड्डा एक एक्सक्यूज मिल गया। भावें कि इन्हां दा फेल्ड ऑपरेशन सीगा पंजाब पुलिस दा ते सेंट्रल फोर्सिस दा, पर ਇਹਦੇ ਨਾਲ ਇਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਕਿ ਆਪਣਾ ਦੁਬਾਰਾ ਇਹ ਆਪਣੇ ਫੇਲੀਅਰਸ ਨੂੰ ਲੁਕਾਉਣ ਲਈ ਸਿਕਿਉਰਿਟੀ ਫੋਰਸਿਸ ਆਪਣਾ ਦੁਬਾਰਾ ਜਿਹੜਾ ਇਹਨਾਂ ਦਾ ਰਿਪਰੈਸ਼ਨ ਵਾਲਾ ਚਿਹਰਾ ਉਹਦਾ ਦੁਬਾਰਾ ਪ੍ਰਗਟਾਵਾ ਇਹ ਕਰ ਵੀ ਰਹੇ ਨੇ ਤੇ ਇਹਨਾਂ ਦਾ ਚੱਲਦਾ ਵੀ ਰਹਿਣਾ। ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੁਖਬੀਰ ਸਿੰਘ ਬਾਦਲ, SGPC ਪ੍ਰੈਜ਼ੀਡੈਂਟ ਜਥੇਦਾਰ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਆਪਣੀ ਜ਼ਿੰਮੇਵਾਰੀ ਨਾ ਨਿਭਾਈ। ਉਹਨਾਂ ਨੂੰ ਨਿਭਾਉਣੀ ਚਾਹੀਦੀ ਆ, ਅੱਗੇ ਆਉਣਾ ਚਾਹੀਦਾ, ਜੋ ਕਨਫਿਊਜ਼ਨਸ ਨੇ ਉਹਨਾਂ ਤੋਂ ਪਰਦਾ ਲਾਉਣਾ ਚਾਹੀਦਾ। ਇਹ ਮੇਰਾ ਖਿਆਲ ਸਟੇਟ ਨੇ, ਕਿਉਂਕਿ ਮੇਰੀ ਫਰੰਟ ਲਾਈਨ ਮੈਗਜ਼ੀਨ ਆ, ਬਹੁਤ ਅਹਿਮ ਮੈਗਜ਼ੀਨ ਹੈ ਇੰਡੀਆ ਦਾ, ਉਹਨਾਂ ਨੇ ਵੀ ਮੇਰੇ ਕਾਮੈਂਟਸ ਲਏ ਸੀ ਇਸ ਵਰਤਾਰੇ ਬਾਰੇ ਤੇ ਉਹ ਪ੍ਰਮੁਖਤਾ ਨਾਲ ਉਹਨਾਂ ਨੇ ਮੇਰੇ ਕਾਮੈਂਟਸ ਲਾਏ ਵੀ। ਮੈਂ ਉਦੋਂ ਵੀ ਕਿਹਾ ਸੀ ਵੀ ਇਹ ਇੱਕ ਮੈਨੂਫੈਕਚਰਡ ਚਿਹਰੇ ਸੀਗੇ ਜਿਹੜੇ ਕਿ ਮੈਨੂਫੈਕਚਰ ਕਰਾ ਕੇ ਜਿਹੜੀ ਸਿੱਖ ਕੌਮ ਦੇ ਵਿੱਚ ਇੱਕ ਗੈਪ ਆ ਜਿਹੜਾ ਥਾਟ ਦਾ, ਉਹਨੂੰ ਇੱਕ ਢਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣੇ ਵੇਸ ਦੇ ਨਾਲ। ਜਿਸ ਤਰ੍ਹਾਂ ਸੈਂਟਰਲ ਜਿਹੜੀਆਂ ਪ੍ਰਮੁੱਖ ਪਾਰਟੀ ਹੈਗੀ ਆ ਉਹ ਰਚਨਾ ਚਾਹੁੰਦੇ ਸੀ। ਇਹਦੇ ਵਿੱਚ ਜਿਹੜਾ ਮੈਨੂਫੈਕਚਰ ਜਿਹੜਾ ਇਹਨਾਂ ਦਾ ਹੀ ਕ੍ਰੀਏਟ ਕੀਤਾ ਗਿਆ, ਇਹ ਜਦੋਂ ਇਹਨੂੰ ਚਾਹਣਗੇ ਇਹ ਨੈਰੇਟਿਵ ਨੂੰ ਕਲੋਜ਼ ਚੈਪਟਰ ਵੱਲ ਨੂੰ ਲੈ ਵੀ ਜਾਣਗੇ। ਜੀ ਸਰ, ਹੁਣ ਖਬਰ ਇਹ ਆ ਰਹੀ ਹੈ ਕਿ ਅੰਮ੍ਰਿਤਪਾਲ ਸ਼ਾਇਦ ਦਿੱਲੀ ਦੇ ਵਿੱਚ ਆ। ਸੋ ਜਿਹੜੀਆਂ ਵੀ ਖਬਰਾਂ ਨੇ ਪੁਲਿਸ ਦੇ ਪੱਖ ਤੋਂ ਹੀ ਆ ਰਹੀਆਂ ਨੇ ਜੀ, ਜੋ ਪੁਲਿਸ ਦੇ ਫਾਲਸ ਪ੍ਰੋਪੇਗੈਂਡੇ ਨੇ ਕਿ ਜਿਹੜਾ ਹੁਣ ਕੱਲ SSP ਖੰਨਾ ਮੈਡਮ ਬੋਲ ਰਹੇ ਸੀ ਵੀ ਹੁਣ ਕਿਉਂ ਦੱਸ ਰਹੇ ਆ। ਤੁਸੀਂ ਪਹਿਲੇ ਏਡਾ ਵੱਡਾ 80,000 ਦੀ ਪੰਜਾਬ ਪੁਲਿਸ ਦੀ ਨਫਰੀ ਆ ਜਿਹੜੀ ਕਿ ਕਿਸੇ ਵੀ ਇੰਡੀਅਨ ਸੂਬੇ ਨਾਲੋਂ ਜ਼ਿਆਦਾ ਆ ਜੇ ਆਪਾਂ ਨੂੰ ਪਾਪੂਲੇਸ਼ਨ ਵਾਈਜ਼ ਦੇਖੀਏ। ਪਲੱਸ BSF ਦਾ ਵੀ ਦਾਇਰਾ ਬਹੁਤ ਵੱਡਾ ਹੈ ਜੀ। BSF ਦਾ ਪਹਿਲੀ 50 ਕਿਲੋਮੀਟਰ ਚ ਦਾਇਰਾ ਹੈਗਾ, 2/3 ਜਿਹੜਾ ਪੰਜਾਬ ਆ ਪਹਿਲੇ ਉਹਨਾਂ ਦੇ ਕੰਟਰੋਲ 'ਚ ਹੈਗਾ। ਇਹ ਜਿਹੜੀਆਂ ਇਹਨਾਂ ਦੀਆਂ ਸਟੇਟ ਮਤਲਬ ਕਿ ਗਵਰਨੈਂਸ ਹੈਗੀ ਆ ਉਹਦੇ ਤੇ ਬਾਰ-ਬਾਰ ਸਵਾਲ ਚਾਹੇ ਤਾਂ ਗੈਂਗਸਟਰ ਕਲਚਰ ਵੱਲੋਂ ਆ ਰਹੇ ਨੇ, ਹੁਣ ਜਿਹੜਾ ਇਹ ਨਵਾਂ ਐਂਗਲ ਇਹਨਾਂ ਨੇ ਮੈਨੂਫੈਕਚਰ ਕਰਕੇ ਉਹਦੀ ਹੁਣ ਆਪਾਂ ਨੂੰ ਪਬਲਿਕ 'ਚ ਆਈ ਆ ਉਹ ਜਿਹੜੀ ਤਸਵੀਰ, ਉਹਦੇ ਵਿੱਚ ਜਿਹੜਾ ਸਟੇਟ ਦਾ ਅਟਰ ਫੇਲੀਅਰ ਆ। ਬਾਰ-ਬਾਰ ਕਿਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਵਰਤਾਰੇ ਚੱਲ ਰਹੇ ਨੇ, ਇਹਨਾਂ ਨੂੰ ਗਵਰਨਮੈਂਟ ਨੂੰ ਸਮਝਣਾ ਚਾਹੀਦਾ ਕਿ ਜੇਲ੍ਹ ਇਜ਼ ਨਾਟ ਏ ਪਨਿਸ਼ਮੈਂਟ ਚੈਂਬਰ। ਉਹਦੇ ਦੀਆਂ ਜਿਹੜੀਆਂ ਜੇਲ੍ਹ ਦੀ ਜੋ ਜ਼ਿੰਮੇਵਾਰੀ ਐਡਮਿਨਿਸਟ੍ਰੇਸ਼ਨ ਦੀ, ਉਹਦੇ ਵਿੱਚ ਬਾਰ-ਬਾਰ ਜਿਹੜੀ ਪੰਜਾਬ ਜੇਲ੍ਹ ਦੀ ਐਡਮਿਨਿਸਟ੍ਰੇਸ਼ਨ ਆ ਉਹ ਫੇਲ ਹੋ ਰਹੀ ਆ। ਉਹਦੇ ਨਾਲ ਲੋਕਾਂ 'ਚ ਡਰ, ਸਹਿਮ ਤੇ ਖਾਦਸੇ ਡਿਵੈਲਪ ਹੋ ਰਹੇ ਨੇ।
ਭਾਰਤੀ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਜੀ। ਇਹ ਅੱਜ ਦੇ ਨਹੀਂ ਹੈਗੇ, ਪਿਛਲੇ ਕਿਸਾਨ ਅੰਦੋਲਨ ਤੋਂ ਪਹਿਲਾਂ, ਜਦੋਂ ਕੋਵਿਡ ਆਉਣ ਤੋਂ ਵੀ ਪਹਿਲਾਂ ਐਨਟੀਸੀਏ ਪ੍ਰੋਟੈਸਟ ਚੱਲ ਰਿਹਾ ਸੀ, ਉਸ ਸਮੇਂ ਹੀ ਬਹੁਤ ਕੁਛ ਦਿਖਿਆ ਸੀਗਾ। ਫਿਰ ਕਿਸਾਨ ਅੰਦੋਲਨ ਚੱਲਿਆ ਔਰ ਉਦੋਂ ਤੋਂ ਹੀ ਨੈਰੇਟਿਵ ਬਣਨੇ ਸ਼ੁਰੂ ਹੋ ਗਏ ਸੀ ਉਹ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ, ਔਰ ਉਹ ਨੈਰੇਟਿਵ ਅੱਜ ਕਾਮਯਾਬ ਹੁੰਦੇ ਐਵੇਂ ਲੱਗਦਾ ਹੈ ਕਿ ਨਜ਼ਰ ਆ ਰਹੇ ਨੇ। ਡੈਮੋਕ੍ਰੇਸੀ ਦੇ ਉੱਤੇ, ਭਾਰਤੀ ਡੈਮੋਕ੍ਰੇਸੀ ਤੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਸਰ। ਮੈਂ ਚਾਹੁੰਦੀ ਕਿ ਆਖਿਰ ਦੇ ਵਿੱਚ ਤੁਸੀਂ ਪਲੀਜ਼। ਜਿਹੜੀ ਭਾਰਤੀ ਡੈਮੋਕ੍ਰੇਸੀ ਹੈ ਨਾ, ਇਹਦੇ ਤੇ ਕੁਐਸਚਨਸ ਤਾਂ ਹੁਣ ਬਹੁਤ ਲੰਮੇ ਚਿਰ ਤੋਂ ਉੱਠ ਰਹੇ ਨੇ, ਪਿਛਲੇ 8-9 ਸਾਲਾਂ ਤੋਂ ਤਾਂ ਜ਼ਿਆਦਾ ਉੱਠੇ ਨੇ ਕਿ ਇੰਡੀਅਨ ਡੈਮੋਕ੍ਰੇਸੀ ਦਾ ਸਟੇਟਸ ਕਿੱਧਰ ਨੂੰ ਸਲਾਈਡ ਕਰ ਰਿਹਾ। ਈਵਨ ਇਹਨਾਂ ਦੇ ਨਾਮੀ ਜਿਹੜੇ ਜਰਨਲਿਸਟ ਨੇ, ਥਿੰਕਰਸ ਨੇ, ਪਬਲਿਕ ਫਿਗਰਸ ਨੇ, ਉਹਨਾਂ ਨੇ ਆਪਣੇ op-eds ਦੇ ਵਿੱਚ, ਡਿਫਰੈਂਟ ਪੇਪਰਸ ਦੇ ਵਿੱਚ ਉਹ ਖਾਲਸਾ ਜ਼ਾਹਰ ਵੀ ਕਰ ਰਹੇ, ਕਿਉਂਕਿ ਜਿਹੜੇ ਮੈਨੀ ਵਰਲਡ ਦੇ ਇੰਡੈਕਸਿਸ ਨੇ, ਚਾਹੇ ਉਹ ਫਰੀडम ਹਾਊਸ ਹੈਗਾ, ਚਾਹੇ V-Dem ਦੀ ਹੁਣ ਰਿਪੋਰਟ ਆਈ ਆ, ਹੋਰ ਰਿਪੋਰਟਸ ਆਈਆਂ ਨੇ ਕਿ ਇੰਡੀਆ ਦੀ ਡੈਮੋਕ੍ਰੇਸੀ ਕੀ ਸ਼ੇਪ ਅਖਤਿਆਰ ਕਰ ਰਹੀ ਆ। ਤੇ ਇੱਥੇ ਇੱਕ ਜਿਹੜਾ ਪ੍ਰਗਟਾਵਾ ਮੇਨ ਹੋ ਰਿਹਾ ਨਾ ਮਨਵੀਰ, ਉਹ ਆ ਕਿ ਇੱਥੇ ਸੋਚ ਦਾ ਅੰਧੇਰਾ, ਉਹ ਸੋਚ ਦੇ ਅੰਧੇਰੇ ਨੂੰ ਇਹ ਕਲਟ ਫਿਗਰਸ ਰਾਹੀਂ ਪੋਲਿਟਿਕਸ ਦੇ ਵਿੱਚ ਉਹਦੇ ਨਾਲ ਢਕਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਜਿਹਦੇ ਬਾਰੇ ਡਾਕਟਰ B.R. ਅੰਬੇਦਕਰ ਨੇ ਜਦੋਂ ਕਨਸਟੀਟਿਊਸ਼ਨ ਲਿਖਿਆ ਤਾਂ ਉਹਨਾਂ ਨੇ ਇਸ ਬਾਰੇ ਆਪਣੀਆਂ ਐਸਪਰਸ਼ਨਸ ਜ਼ਾਹਰ ਕੀਤੀਆਂ ਸੀ, ਆਪਣੇ ਫਿਕਰਾਂ ਨੂੰ ਜ਼ਾਹਰ ਕੀਤਾ ਸੀ ਕਿ ਜਿਸ ਦਿਨ ਇੰਡੀਆ ਦੀ ਪੋਲਿਟਿਕਸ ਇੱਕ ਕਲਟ ਫਿਗਰਸ ਦੇ ਘੇਰੇ ਵਿੱਚ ਆ ਜੂਗੀ ਤਾਂ ਉਸ ਦਿਨ ਇੰਡੀਆ ਦਾ ਜਿਹੜਾ ਸਟੇਟਸ ਹੈ ਡੈਮੋਕ੍ਰੇਸੀ ਦਾ, ਉਹ ਇੱਕ ਅਥੋਰਿਟੇਰੀਅਨਿਜ਼ਮ ਦਾ ਸਟੇਟਸ ਹੋ ਜੂਗਾ ਰੈਦਰ ਕੇ ਡੈਮੋਕ੍ਰੈਟਿਕ ਸਟੇਟਸ। ਡੈਮੋਕ੍ਰੇਸੀ ਬਾਰੇ ਗੱਲ ਕਰ ਰਹੇ ਨੇ, ਇਹਦੇ ਬਾਰੇ ਅਰਵਿੰਦ ਨਾਰਾਇਣ ਦੀ ਬੁੱਕ ਆਈ ਹੈ ਜਿਹੜੀ ਪਿਛਲੇ ਸਾਲ ਰਿਲੀਜ਼ ਹੋਈ ਸੀ। ਹੁਣ ਉਹ ਦੁਬਾਰਾ ਚਰਚਾ 'ਚ ਆਈ ਹੈ ਕਿਉਂਕਿ ਇੰਡੀਆ ਦੀ ਡੈਮੋਕ੍ਰੇਸੀ ਬਾਰੇ ਸਵਾਲ ਉੱਠ ਰਹੇ ਨੇ। ਉਹਦੀ ਜਿਹੜੀ ਬੁੱਕ ਹੈਗੀ ਹੈ, ਇੰਡੀਆਜ਼ ਅਨਡਿਕਲੇਅਰਡ ਐਮਰਜੈਂਸੀ, ਕਨਸਟੀਟਿਊਸ਼ਨਲਿਜ਼ਮ ਐਂਡ ਦਾ ਪੋਲਿਟਿਕਸ ਆਫ ਰੈਜ਼ਿਸਟੈਂਸ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਠੀਕ ਆ, 1975 ਦੇ ਵਿੱਚ ਇੱਕ ਡਿਕਲੇਅਰਡ ਐਮਰਜੈਂਸੀ ਸੀ ਬਾਏ ਦਾ ਦੈਨ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ, ਪਰ ਜਿਹੜੀ ਹੁਣ ਅਨਡਿਕਲੇਅਰਡ ਐਮਰਜੈਂਸੀ ਹੈਗੀ ਆ, ਉਹਦੇ ਰਾਹੀਂ ਇੱਕ ਜਿਹੜਾ ਇੱਥੋਂ ਦਾ ਇੱਕ ਸਿਸਟੇਮੈਟਿਕ ਅਟੈਕ ਹੋ ਰਿਹਾ ਰੂਲ ਆਫ ਲਾਅ ਤੇ, ਇੰਡੀਆ ਦੇ ਕਨਸਟੀਟਿਊਸ਼ਨ ਨੂੰ ਉਹਨੂੰ ਸਰਕਮਵੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਆਪਣੇ ਜਿਹੜੇ ਇਹਨਾਂ ਦੇ ਇੰਸਟੀਟਿਊਸ਼ਨਸ ਹੈਗੇ ਨੇ, ਜਿਹੜੇ ਸੈਂਟਰਲ ਇੰਸਟੀਟਿਊਸ਼ਨਸ ਨੇ, ਉਹਨਾਂ ਨੂੰ ਇੱਕ ਪੋਲੀਟੀਕਲ ਓਪੋਨੈਂਟਸ ਦੇ ਖਿਲਾਫ ਇੱਕ ਟੂਲ ਬਣਾ ਲਿਆ ਹੈਗਾ, ਮਤਲਬ ਕਿ ਰਿਪਰੈਸ਼ਨ ਦਾ। ਇਸੇ ਤਰ੍ਹਾਂ ਤੁਸੀਂ ਕੱਲ੍ਹ ਦੇਖਿਆ ਕਿ ਇੰਡੀਆ ਦਾ ਪ੍ਰਮੁੱਖ ਕਾਂਗਰਸ ਦਾ ਲੀਡਰ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਲੋਕ ਸਭਾ ਦੀ ਖਾਰਜ ਕਰਤੀ ਵਿਦ ਇਮੀਡੀਏਟ ਇਫੈਕਟ, ਪਰ ਉਹ ਰਾਹੁਲ ਗਾਂਧੀ ਉਸੇ ਨੈਰੇਟਿਵ ਦਾ ਸ਼ਿਕਾਰ ਹੋਇਆ ਜਿਸ ਦੇ ਬਾਰੇ ਚਿੰਤਾ ਰੱਖਦੇ ਹੋਏ ਇੰਡੀਅਨ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਡਾਕਟਰ ਮਨਮੋਹਨ ਸਿੰਘ ਨੇ ਡਿਊਰਿੰਗ ਹਿਸ ਟੈਨਿਓਰ ਐਜ਼ ਪ੍ਰਾਈਮ ਮਿਨਿਸਟਰ, ਉਹਨਾਂ ਨੇ ਉਸ ਚੀਜ਼ ਬਾਰੇ ਇੱਕ ਡਾਕੂਮੈਂਟ ਲਿਆਂਦਾ ਸੀ ਕਿ ਇਸ ਚੀਜ਼ ਤੋਂ ਬਚਣ ਲਈ ਵੀ ਕੋਈ ਆਰਬਿਟਰਲੀ ਪਾਵਰਸ ਕਿਸੇ ਜਿਹੜੀ ਰੂਲਿੰਗ ਪਾਰਟੀ ਵੱਲੋਂ ਨਾ ਅਪਣਾਈਆਂ ਜਾ ਸਕਣ। ਪਰ ਉਸ ਟਾਈਮ ਤੇ ਰਾਹੁਲ ਗਾਂਧੀ ਨੇ ਇਮੈਚੋਰਿਟੀ ਦਾ ਪ੍ਰਗਟਾਵਾ ਕਰਦੇ ਹੋਏ ਪ੍ਰੈਸ ਕਲੱਬ ਦੇ ਵਿੱਚ ਉਹ ਡਾਕੂਮੈਂਟ ਨੂੰ ਪਾੜ ਦਿੱਤਾ ਸੀ, ਜਿਹੜੀ ਕਿ ਬਹੁਤ ਡਾਇਰੈਕਟ ਇਨਸਲਟ ਸੀਗੀ ਉਸ ਟਾਈਮ ਦੇ ਇੰਡੀਅਨ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਲਈ, ਤੇ ਉਹਦਾ ਹੀ ਹੁਣ ਇਹ ਸ਼ਿਕਾਰ ਹੋਏ ਨੇ। ਥੈਂਕ ਯੂ। ਥੈਂਕ ਯੂ ਸਰ। ਤੁਸੀਂ ਬਹੁਤ ਸਮੇਂ ਤੋਂ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜਦੋਂ ਅੰਮ੍ਰਿਤਪਾਲ ਆਇਆ, ਮੈਨੂੰ ਯਾਦ ਹੈ ਤੁਸੀਂ ਬਹੁਤ ਜ਼ਿਆਦਾ ਤਵੱਜੋ ਨਹੀਂ ਸੀ ਦਿੰਦੇ, ਕਿਉਂਕਿ ਤੁਹਾਨੂੰ ਲੱਗਦਾ ਸੀ ਕਿ ਇਹ ਇੱਕ ਸ਼ੈਮ ਲੀਡਰ ਹੈ, ਇਹਦੇ 'ਚ ਕੈਪੇਬਿਲਿਟੀਜ਼ ਨਹੀਂ ਹੈਗੀਆਂ, ਪਰ ਬਾਵਜੂਦ ਉਸਦੇ ਵੀ ਉਹਨੂੰ ਬਹੁਤ ਵੱਡਾ ਬਣਾ ਦਿੱਤਾ ਗਿਆ। ਮੈਨੂੰ ਐਵੇਂ ਲੱਗਦਾ ਕਦੀ-ਕਦਾਰ ਕਿ ਬੁੱਧੀਜੀਵੀ ਪੰਜਾਬ ਦੇ ਜੋ ਅਸਲੀ ਗੱਲ ਕਰਦੇ ਨੇ, ਤੁਹਾਡੇ ਵਰਗੇ ਲੋਕ ਜੋ ਅਸਲੀ ਮੁੱਦੇ ਚੱਕਦੇ ਨੇ, ਇਹਨਾਂ ਨੂੰ ਦਬਾਉਣ ਦੇ ਲਈ, ਇਸ ਆਵਾਜ਼ ਨੂੰ ਖਤਮ ਕਰਨ ਦੇ ਲਈ, ਇੱਕ ਉਹ ਅਟੈਕ ਤੁਹਾਡੇ ਤੇ ਕਰਨ ਦੇ ਲਈ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਉਹ ਅੰਮ੍ਰਿਤਪਾਲ ਸੀ, ਔਰ ਸ਼ਾਇਦ ਲੋਕਾਂ ਨੇ ਸਹਿਮਤੀ ਨਹੀਂ ਜਤਾਈ ਕਿਤੇ ਨਾ ਕਿਤੇ। ਬਹੁਤ ਵੱਡਾ ਤਬਕਾ ਹੈ ਜਿਹੜਾ ਤੁਹਾਡੀ ਗੱਲ ਨੂੰ ਬਹੁਤ ਗੌਰ ਨਾਲ ਸੁਣਦਾ ਹੈ, ਪਰ ਕੁਛ ਲੋਕ ਸੀ ਜਿਹੜੇ ਤੁਹਾਨੂੰ ਕ੍ਰਿਟੀਸਾਈਜ਼ ਕਰਦੇ ਸੀ, ਕਿਉਂਕਿ ਮੈਨੂੰ ਬਹੁਤ ਮੈਸੇਜ ਆਉਂਦੇ ਸੀਗੇ ਕਿ ਰਣਜੀਤ ਸਿੰਘ ਕੁੱਕੀ ਗਿੱਲ ਜਿਨ੍ਹਾਂ ਨੇ ਇੰਨਾ ਕੁਛ ਕੀਤਾ ਹੈ, ਉਹ ਕਿਤੇ ਭੜਕੇ ਹੋਏ ਸਿੱਖ ਨੇ, ਏਦਾਂ ਦੇ ਸ਼ਬਦ ਤੱਕ ਵਰਤੇ ਗਏ ਸੀ। ਸ਼ਾਇਦ ਉਹ ਗੱਲਾਂ ਨੂੰ ਤੁਹਾਡੀਆਂ ਨੂੰ ਪਹਿਲਾਂ ਹੀ ਸੀਰੀਅਸਲੀ
ਲਿਆ ਹੁੰਦਾ। ਥੈਂਕ ਯੂ ਸੋ ਮਚ ਸਰ, ਤੁਸੀਂ ਆਪਣਾ ਹਮੇਸ਼ਾ ਹੀ ਟਾਈਮ ਕੱਢਿਆ ਔਰ ਬੜੀ ਓਨੈਸਟਲੀ ਆਪਣੇ ਵਿਚਾਰ ਹਮੇਸ਼ਾ ਪੰਜਾਬ ਲਈ ਅੱਗੇ ਰੱਖੇ ਨੇ ਸਰ। ਧੰਨਵਾਦ। It's a pleasure, Manveer, always a pleasure, and I'm at the service of the people of Punjab. Thank you. ਥੈਂਕ ਯੂ।